ਅੱਜ ਆਪਾਂ ਸੂਹੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਜਿਹੜੀ ਲੈ ਰਹੇ ਹਾਂ ਉਹਦੇ ਵਿੱਚ ਜਿਹੜੇ ਰਵਿਦਾਸ ਜੀ ਦੀ ਬਾਣੀ ਲੈਣ ਲੱਗੇ ਹਾਂ ਜੀ। ਅੱਜ ਇਸ ਸੂਹੀ ਰਾਗ ਦੇ ਵਿੱਚ ਕਬੀਰ ਜੀ ਦੀ ਬਾਣੀ ਪਹਿਲਾਂ ਲਈ ਸੀ ਆਪਾਂ, ਉਸ ਤੋਂ ਬਾਅਦ ਫਿਰ ਰਵਿਦਾਸ ਜੀ ਦੀ ਬਾਣੀ ਹੈਗੀ। ਇਹ ਅੰਗ ਜਿਹੜਾ ਹੈਗਾ 793 ਹੈਗਾ, 793। ਰਾਗ ਸੂਹੀ बाणी श्री रविदास जियो की एक ओंकार सतगुर प्रसाद शह की सार सुहागन जाने तज अभिमान सुख रलियां माने। कहते पति जिहड़ा हैगा पति की कदर जिहड़ी हैगी आ, पति दा जिहड़ा हैगा सुख, पति की छत्र छाया जिहड़ी हैगी आ ਉਹਨੂੰ ਸੁਹਾਗਣ ਜਿਸ ਇਸਤਰੀ ਕੋਲ ਪਤੀ ਹੈਗਾ ਉਹ ਜਾਣਦੀ ਹੈ ਭਾਈ ਉਹਦੀ ਵੈਲਿਊ। ਸ਼ਹਿ ਕੀ ਸਾਰ ਸੁਹਾਗਣ ਜਾਣੇ ਤਜ ਅਭਿਮਾਨ ਸੁਖ ਰਲੀਆਂ ਮਾਨੇ। ਕੀ ਕਰਦੀ ਆ ਫਿਰ? ਉਹ ਆਪਣਾ ਹੰਕਾਰ ਛੱਡ ਕੇ ਤੇ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਉਹਦੇ ਹੁਕਮ ਦੇ ਵਿੱਚ ਸੁਖੀ ਹੁੰਦੀ ਆ, ਖੁਸ਼ਹਾਲ ਹੁੰਦੀ, ਖੁਸ਼ਹਾਲ ਜੀਵਨ ਬਤੀਤ ਕਰਦੀ ਆ। ਸੁਖ ਰਲੀਆਂ ਮਾਣੇ, ਪਤੀ ਦਾ ਸੁਖ ਮਾਣਦੀ ਆ। शह की सार सुहागण जाने तज अभिमान सुख रलियां माने। तन मन दे ना अंतर राख है, आवरा देख ना सुने अपाख है। वो की कर दिया? किवें उन्हें वो मालक परमात्मा पति का साथ माणिया? कहते उन्हें अपना तन और मन जिहड़ा हैगा मालक दे हवाले कर दिता। कोई अंतर नहीं रखिया, मालक तो कुछ भी चीज़ छुपाई नहीं। तन मन दे दिता, ना अंतर राखै आवरा देख ना सुनै अपाखै। आवरा देख बाकी जिहड़े हैगे आ, आवरा देख दुनिया बाहर जिहड़े हैगे आ, कोई होर जिहड़ा हैगा उस अपने पति परमात्मा तो अलावा होर नहीं देखती, होर किसी वाल झाक नहीं रखती। अवरा देख ना सुने अपाख है, माया वाल झाक नहीं रखती, पदार्थां वाल, स्वाद वाल, रसां कसां वाल नहीं देखती। ना सुने अपाख है और ना ही जिहड़ी हैगी आ कोई भी जिहड़ी हैगी आ कोई अपाख्या जिहड़ी हैगी आ, मंदे वचन, मंदी गल जिहड़ी हैगी आ, निंदिया चुगली ईरखा ये चीज़ सुनदी आ। अवरा देख ना सुने अपाख है, सोकत जाने पीर पराई, जाके अंतर दर्द ना पाई रहा। कहंदे ओ जिहड़ा हैगा ओ इंसान जिहदे अंदर कदी दर्द ही नहीं होया, जिन्हें कदी दर्द महसूस ही नहीं किया, जिहदे अपने दर्द नहीं होया, ਉਹਨੂੰ ਕੀ ਪਤਾ ਦੂਸਰੇ ਨੂੰ, ਦੂਸਰੇ ਦੇ ਬਈ ਦਰਦ, ਦੂਸਰੇ ਦੇ ਦਰਦ ਹੁੰਦਾ। ਦੂਸਰੇ ਦੇ ਦਰਦ ਉਹ ਕੀ ਜਾਣ ਸਕਦਾ ਜਿਹਦੇ ਆਪਣੇ ਹੀ ਕਦੀ ਦਰਦ ਨਹੀਂ ਹੋਇਆ, ਜਿਹਨੇ ਆਪਣਾ ਦਰਦ ਕਦੀ ਮਹਿਸੂਸ ਹੀ ਨਹੀਂ ਕੀਤਾ। ਸੋ ਕਤ ਜਾਣੇ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ ਰਹਾਓ। ਸ਼ਹਿ ਕੀ ਸਾਰ ਸੁਹਾਗਣ ਜਾਣੇ ਤਜ ਅਭਿਮਾਨ ਸੁਖ ਰਲੀਆਂ ਮਾਣੇ। ਕਹਿੰਦੇ ਪਤੀ ਪਰਮਾਤਮਾ ਦੀ ਕੀਮਤ ਜਿਹੜੀ ਹੈਗੀ ਆ ਉਹ ਸੁਹਾਗਣ ਜੀਵ ਇਸਤਰੀ ਜਾਣਦੀ ਆ ਭਾਈ। ਜਿਹਨੇ ਸੁਹਾਗ ਨੂੰ ਹੰਡਾਇਆ ਆ ਉਹ ਸੁਹਾਗ ਦੇ ਬਾਰੇ ਜਾਣਦੀ ਆ। ਜਿਹਨੇ ਸੁਹਾਗ ਜਿਹੜੀ ਵਿਆਹੀ ਨਹੀਂ ਹੈਗੀ ਜਾਂ ਜਿਹੜੀ ਹੈਗੀ ਆ ਵਿਧਵਾ ਹੈਗੀ ਆ, ਉਹ ਕੀ ਜਾਣਦੀ ਆ ਸੁਹਾਗ ਦੇ ਬਾਰੇ? ਹਾਂਜੀ ਵੀਰ ਜੀ। हाँ जी ठीक है जी। साध संगत जी, अज आप बाणी का विचार करते हैं। अपन भगत रविदास जी की समझाना चाहते हैं, पहला आप उस चीज को समझिए। जो उन्होंने उदाहरण दी है, बड़ी साफ सुथरी उदाहरण है। तुसीं सारे पंजाबी पढ़ते जो, कहते सह की तार सुहागण जाने।
ਕਹਿੰਦੇ ਆ ਕਿ ਪਤੀ ਕੀ ਚੀਜ਼ ਹੈ। ਇਹ ਤੇ ਇੱਕ ਵਿਆਹੀ ਔਰਤ ਹੀ ਦੱਸ ਸਕਦੀ, ਉਹਨੂੰ ਜ਼ਿਆਦਾ ਪਤਾ ਨਿੱਜਰ ਸਾਹਿਬ। ਬਿਲਕੁਲ ਬਿਲਕੁਲ, ਉਹਨੂੰ ਪਤਾ ਹੈ ਕਿ ਪਤੀ ਕੀ ਹੈ। ਕੋਈ ਏਦਾਂ ਨਹੀਂ ਕਿ ਟੈਂਪਰੇਰੀ ਰਿਸ਼ਤਾ ਹੈ, ਉਹ ਬੰਦਾ ਪੂਰੀ ਜ਼ਿੰਮੇਵਾਰੀ ਚੁੱਕਦਾ ਹੈ, ਬੱਚਿਆਂ ਨੂੰ ਪਾਲਦਾ ਹੈ, ਪੋਸਦਾ ਹੈ, ਘਰ-ਬਾਰ ਦਾ ਸਾਰਾ ਖਰਚਾ, ਫਿਰ ਉਹਨੂੰ ਰੋਟੀ ਪਾਣੀ ਦੀ ਟੈਨਸ਼ਨ ਆ, ਬਿਜਲੀ ਦਾ ਬਿੱਲ ਦੀ ਉਹਨੂੰ ਟੈਨਸ਼ਨ ਆ, ਹੋਰ ਘਰ ਦੇ ਜੋ ਵੀ ਨਿੱਕ ਸੁੱਖ ਹੈਗੇ ਆ, ਬੰਦਾ ਪਤੀ ਇੱਕ ਜਿਹੜਾ ਜ਼ਿੰਮੇਵਾਰ ਆ ਉਹ ਕਰਦਾ ਹੈ, ਪੂਰੀ ਉਹਦੀਆਂ ਖਵਾਹਿਸ਼ਾਂ ਪੂਰੀਆਂ ਕਰਦਾ, ਉਹਦੇ ਕੱਪੜੇ ਲੱਤੇ ਯਾਰਾ ਵਗੈਰਾ ਜੋ ਉਹਨੇ ਸੁਰਖੀ ਬਿੰਦੀ ਲਾਉਣੀ ਆ, ਜਾਂ ਕੋਈ ਸੋਨਾ ਸਾਨਾ ਪਾਉਣਾ ਹੈ, ਜਾਂ ਹੋਰ ਵੀ ਕੁਛ ਦੁਨਿਆਵੀ ਉਦਾਹਰਨ ਦਿੱਤੀ ਪਹਿਲਾਂ ਉਹਨਾਂ ਨੇ। ਤੇ ਇਹ ਗੱਲ ਨੂੰ ਆਪਾਂ ਸਮਝਣਾ ਹੈ। ਫਿਰ ਉਸ ਤੋਂ ਬਾਅਦ ਫਿਰ ਉਹ ਅਧਿਆਤਮਿਕ ਦੀ ਗੱਲ ਕਰਦੇ ਨੇ, ਪਰ ਇਹ ਜਿਹੜੀ ਗੱਲ ਵੈਸੇ ਮੈਂ ਤੁਹਾਨੂੰ ਦੱਸੀ ਹੈ ਇਹ ਦੁਨਿਆਵੀ ਸੰਸਾਰ ਦੀ ਗੱਲ ਹੈ, ਠੀਕ ਹੈ। ਤੇ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੀ ਇੱਕ ਸੁਹਾਗਣ ਔਰਤ ਆ ਉਹ ਦੱਸ ਸਕਦੀ ਆ ਪਤੀ ਦੇ ਕੀ ਫਾਇਦੇ ਨੇ, ਸਹੀ ਨਾ ਜੀ ਸਾਹਿਬ? ਬਿਲਕੁਲ। ਹੁਣ ਇਸੇ ਤਰ੍ਹਾਂ ਹੀ ਜੇਕਰ ਇੱਕ ਜਿਹੜਾ ਰੂਹਾਨੀਅਤ ਦੀ ਗੱਲ ਕਰਦੇ ਹਾਂ, ਆਪਾਂ ਪਰਮਾਤਮਾ ਦੀ ਗੱਲ ਕਰਦੇ ਹਾਂ, ਤੇ ਪਰਮਾਤਮਾ ਦੇ ਬਾਰੇ ਜਿੰਨੇ ਪਰਮਾਤਮਾ ਨੂੰ ਅਨੁਭਵ ਕੀਤਾ ਅਸਲ ਚ ਤੇ ਉਹ ਦੱਸੇ ਤੇ ਫਾਇਦਾ ਤਾਂ ਹੀ ਆ। ਪਰ ਕਈ ਏਦਾਂ ਵੀ ਕਰ ਦਿੰਦੇ ਨੇ, ਕਈ ਹੁਣ ਕਹੀ ਜਾਂਦੇ ਆ ਕਿ ਅਸੀਂ ਮਤਲਬ ਮਿਲੇ ਆ, ਪਰ ਉਹਨਾਂ ਨੂੰ ਪਤੀ ਮਿਲਿਆ ਹੀ ਨਹੀਂ ਹੁੰਦਾ। ਬਿਲਕੁਲ ਨਹੀਂ ਮਿਲਿਆ ਹੁੰਦਾ ਜੀ, ਮੈਜੋਰਟੀ ਇਸ ਤਰ੍ਹਾਂ ਦੀ ਹੀ ਹੁੰਦੀ ਹੈ। ਹੁਣ ਦੱਸੋ ਕਿ ਇੱਕ ਜਨਾਨੀ ਦਾ ਵਿਆਹ ਹੀ ਨਹੀਂ ਹੋਇਆ, ਉਹ ਕਹਿੰਦੀ ਮੈਂ ਸੁਹਾਗਣ ਆ। ਆਪ ਦੱਸੋ ਉਹ ਸਹੀ ਗਿਆਨ ਦੇ ਸਕਦੀ ਸਾਨੂੰ? ਨਹੀਂ ਦੇ ਸਕਦੀ ਗੋਰਖੀ ਸਾਹਿਬ। ਜਿਹਨੇ ਹੁਣ ਬੱਚਾ ਜੰਮਿਆ ਹੀ ਨਹੀਂ ਹੈਗਾ ਉਹ ਕਿਵੇਂ ਦੱਸ ਸਕਦੀ ਆ ਭਾਈ ਕਿ ਕੀ ਕਿਸ ਟਾਈਮ ਕੀ ਕਰਨਾ ਹੈ? ਹਾਂ, ਇਸੇ ਕਰਕੇ ਉਦਾਹਰਨ ਦੇ ਰਹੇ ਨੇ ਕਿ ਸਹਿ ਕੀ ਸਾਰ ਸੁਹਾਗਣ ਜਾਣੀ। ਉਹ ਕਹਿੰਦਾ ਉਹਦੀ ਸਾਰੀ ਜਿਹੜੀ ਉਹ ਸੁਹਾਗਣ ਜਾਣਦੀ ਹੈ, ਜਿਹੜੀ ਸੁਹਾਗ ਜਿਹੜੀ ਵਿਆਹ ਹੀ ਨਹੀਂ ਗਈ, ਜਿਹਦਾ ਵਿਆਹ ਹੀ ਨਹੀਂ ਹੋਇਆ, ਉਹ ਕਿੱਦਾਂ ਦੱਸੂਗੀ? ਉਹ ਕੀ ਦੱਸੇਗੀ? ਦੱਸੂਗੀ ਤੇ ਕੀ ਸਹੀ ਦੱਸੂਗੀ, ਗਲਤ ਦੱਸੂਗੀ? ਤਾਂ ਇਹ ਉਹਨਾਂ ਨੇ ਦੱਸਿਆ। ਉਹ ਕਹਿੰਦੇ ਕਿ ਇਹ ਪਹਿਲੀ ਗੱਲ ਤੇ ਪਰਮਾਤਮਾ ਦਾ ਕੀ ਸੁੱਖ ਆ, ਕੀ ਉਹ ਪਰਮਾਤਮਾ। ਉਹ ਫਿਰ ਅਗਲੇ ਬੰਨੇ ਕਹਿੰਦੇ ਨੇ ਤਾਜਾ ਅਭਿਮਾਨ ਸੁੱਖ ਰਲਿਆ ਮਾਨੇ। ਤੇ ਜੇਕਰ ਉਹ ਸੁਹਾਗਣ ਹੈਗੀ ਆ ਤਾਂ ਸਭ ਤੋਂ ਪਹਿਲੀ ਗੱਲ ਹੈ, ਕਹਿੰਦੇ ਉਹ ਅਭਿਮਾਨ ਤੋਂ ਹੰਕਾਰ ਤੋਂ ਮੁਕਤ ਹੋ ਜਾਂਦੀ ਹੈ। ਰੱਬ ਰੂਪੀ ਜਿਹੜਾ, ਵੈਸੇ ਆਪਾਂ ਸਾਰੇ ਇਸਤਰੀ ਚ ਹੀ ਆਉਣੇ ਆ, ਚਾਹੇ ਕੋਈ ਬੰਦਾ ਹੈ ਜਾਂ ਬੁੱਢੀ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਪਰਮਾਤਮਾ ਰੂਪੀ ਪੁਰਸ਼ ਦੇ ਨਾਲ ਸਾਡਾ ਵਿਆਹ ਹੁੰਦਾ, ਵੈਸੇ ਵੀ ਉਹ ਪਹਿਲੀ ਲਾਮ, ਦੂਜੀ ਲਾਮ, ਤੀਜੀ ਲਾਮ, ਚੌਥੀ ਲਾਮ ਵੇਖੋ, ਉਹ ਵੀ ਪਤੀ ਦੀ ਗੱਲ ਕਰਦੇ ਨੇ ਉੱਥੇ ਵੀ, ਕਿ ਜੋ ਇੱਕ ਔਰਤ ਜਿੱਦਾਂ ਜੀਵ ਜਦੋਂ ਰੂਪੀ ਇਸਤਰੀ ਪਰਮਾਤਮਾ ਦੇ ਨਾਲ ਵਿਆਹੀ ਜਾਂਦੀ ਹੈ ਤੇ ਉਹਦੇ ਬਾਰੇ ਦੱਸਦੇ, ਠੀਕ ਹੈ। ਇੱਥੇ ਕਹਿੰਦੇ ਨੇ ਕਿ ਪਹਿਲੀ ਗੱਲ ਤੇ ਇਹ ਵਿਆਹੀ ਔਰਤ ਜਿਹੜੀ ਹੈਗੀ ਆ ਉਹੀ ਦੱਸ ਸਕਦੀ ਆ ਪਤੀ ਦੇ ਬਾਰੇ। ਉਸ ਤੋਂ ਬਾਅਦ ਪਤੀ ਬਾਰੇ ਦੱਸ ਸਕਦੀ ਹੈ। ਫਿਰ ਉਸ ਤੋਂ ਬਾਅਦ ਜਦੋਂ ਵਿਆਹੀ ਜਾਂਦੀ ਹੈ ਤੇ ਉਹਦਾ ਜਿਹੜਾ ਹੰਕਾਰ ਹੈ ਨਾ, ਜਿਹੜਾ ਝੂਠਾ ਹੰਕਾਰ ਆ, ਜਿਹੜਾ ਹਉਮੈ ਕਹਿ ਦਿੰਦੇ ਆ ਆਪਾਂ, ਹਉਮੈ ਸਭ ਤੋਂ ਵੱਡਾ ਰੋਗ ਆ। ਉਹ ਕਹਿ ਬਣ ਕੇ ਕਿਹਾ ਹਉਮੈ ਦੀਗਰ ਰੋਗ ਹੈ, ਦਾਰੂ ਵੀ ਇਨ ਮਾਹੇ। ਇਸ ਮਾਹੇ ਹਉਮੈ ਦੀਰਘ ਰੋਗ, ਹਾਂਜੀ, ਦਾਰੂ ਵੀ ਇਸ ਮਾਹੇ। ਬਿਲਕੁਲ ਸਹੀ ਹੈ ਜੀ। ਹਾਂ, ਉਹ ਜਿਹੜਾ ਰੋਗ ਆ, ਜਿਹੜਾ ਕਰਕੇ ਭਰਮ, ਇਹ ਭਰਮ ਦਾ ਰੋਗ ਹੈ। ਵੈਸੇ ਹਉਮੈ ਕੋਈ ਆਮ ਰੋਗ ਨਹੀਂ ਹੁੰਦਾ, ਇਹ ਇੱਕ ਰੋਗ ਏਦਾਂ ਦਾ ਵਾ ਕਿ ਜਿਹਦੇ ਵਿੱਚ ਜੀਵ ਜਿਹੜਾ ਨਾ ਉਹ ਭਟਕਣਾ ਚ ਭਟਕੀ ਜਾਂਦਾ। ਜਿੰਨਾ ਚਿਰ ਤੱਕ ਆਪਾਂ ਹਉਮੈ ਤੋਂ ਮੁਕਤ ਨਹੀਂ ਹੁੰਦੇ ਉਹਨਾਂ ਚਿਰ ਤੱਕ ਅਸੀਂ ਬ੍ਰਹਮ ਲੀਨ ਨਹੀਂ ਹੋ ਸਕਦੇ। ਸਿੰਪਲ ਜੀ। ਇੱਥੇ ਉਹ ਗੋਰਖੀ ਸਾਹਿਬ ਇੱਕ ਸੈਕਿੰਡ ਜੀ, ਮਾਫ ਕਰਨਾ, ਇਹ ਸ਼ਹਿ ਕੀ ਸਾਰ ਸੁਹਾਗਣ ਜਾਣੇ। ਹੁਣ ਇੱਥੇ ਸੁਹਾਗਣ ਦੀ ਗੱਲ ਕਰ ਰਹੇ, ਕਹਿੰਦੇ ਪਤੀ ਦੀ ਵੈਲਿਊ, ਪਤੀ ਜਿਹੜਾ ਹੈਗਾ, ਪਤੀ ਦਾ ਜਿਹੜਾ ਹੈਗਾ, ਕਿਉਂ ਪਤੀ ਕਰਨਾ ਹੈ ਆਪਾਂ ਨੇ, ਤੇ ਨਹੀਂ ਕਰਾਂਗੇ ਤੇ ਕੀ ਹੋਊਗਾ, ਇਸ ਦੇ ਬਾਰੇ ਸੁਹਾਗਣ ਇਸਤਰੀ ਦੱਸ ਸਕਦੀ ਹੈ। ਦੂਸਰੀ ਗੱਲ ਵੀ ਸੁਹਾਗਣ ਕਿਹੜੀ ਹੈ, ਉਹਦੀ ਨਿਸ਼ਾਨੀ ਕੀ ਹੈ ਸੁਹਾਗਣ ਦੀ? ਤਜ ਅਭਿਮਾਨ ਸੁਖ ਰਲੀਆਂ ਮਾਣੇ। ਉਹ ਸੁਹਾਗਣ ਖੁਸ਼ਹਾਲ ਹੋਊਗੀ ਹਮੇਸ਼ਾ, ਉਹਦੇ ਕੋਲ ਹੰਕਾਰ ਨਹੀਂ, ਹਉਮੈ ਨਹੀਂ ਹੋਏਗਾ। ਆਹ ਉਹਦੀ ਨਿਸ਼ਾਨੀ ਹੈਗੀ। ਹਾਂਜੀ ਵੀਰ ਜੀ। ਅੱਜ ਪਤਾ ਨਹੀਂ ਮੈਂ ਕਿਤੇ ਸੁਣ ਰਿਹਾ ਸੀ, ਬੜੀ ਵਧੀਆ ਗੱਲ ਮੈਨੂੰ ਲੱਗੀ। ਹਾਂਜੀ ਹਾਂਜੀ। ਉਹ ਕਹਿੰਦਾ ਕਿ ਲੇਖਕ ਲਿਖਦਾ ਹੈ, ਕਹਿੰਦਾ ਤੁਹਾਡੇ ਜੀਵਨ ਦੀ ਕਿਹੜਾ ਪੈਮਾਨਾ ਹੈਗਾ ਹੈ, ਕੋਈ ਥਰਮਾਮੀਟਰ ਕਿਹੜਾ ਹੈ, ਤੁਸੀਂ ਸਫਲ ਹੋ ਗਏ। ਹਾਂ, ਉਹੀ ਚੀਜ਼ ਦੱਸ ਰਿਹਾ। ਬਿਲਕੁਲ ਸਹੀ ਗੱਲ ਹੈ।
ਉਹ ਕਹਿੰਦਾ ਕਿ ਇੱਕ ਬੋਲਿਆ ਅੱਗੋਂ, ਮੇਰੇ ਵਰਗਾ ਬੋਲ ਪਿਆ, ਕਹਿੰਦਾ ਜੀ ਜਨਾਬ ਬੜਾ ਵਧੀਆ ਜੀ, ਮੈਂ ਸਫਲ ਹੋ ਗਿਆ। ਪਹਿਲਾਂ ਮੈਂ ਨਾ, ਮੇਰੇ ਕੋਲ ਨਾ ਰੋਟੀ ਖਾਣ ਜੋਗੇ ਪੈਸੇ ਨਹੀਂ ਹੁੰਦੇ ਸੀ, ਤੇ ਹੁਣ ਮਾਸ਼ਾਅੱਲਾ ਸਾਡੇ ਕੋਲ ਆਪਣਾ ਘਰ ਬਾਰ ਆ, ਮੇਰੀ ਕੋਠੀ ਆ, 25-30 ਕਿੱਲੇ ਪੈਲੀ ਆ, ਮੇਰੇ ਬੱਚੇ ਬੜੇ ਸੈੱਟ ਆ, ਇੱਕ ਮੇਰਾ ਡਾਕਟਰ ਆ, ਇੱਕ ਇੰਜੀਨੀਅਰ ਲੱਗਾ ਵਾ, ਦੂਜਾ ਇੱਕ ਪ੍ਰੋਫੈਸਰ ਲੱਗਾ, ਤੇ ਬੈਂਕ ਚ ਇੰਨੇ ਪੈਸੇ ਪਏ ਆ, ਉਤੋਂ ਸਭ ਤੋਂ ਟੌਪ ਦੇ ਏਰੀਏ ਚ ਮੇਰੀ ਕੋਠੀ ਆ, ਮੇਰੇ ਕੋਲ 3-4 ਗੱਡੀਆਂ। ਤੇ ਉਹ ਲੇਖਕ ਕਹਿੰਦਾ ਹੈ ਕਿ ਜ਼ਿੰਦਗੀ ਦਾ ਮਕਸਦ ਤੁਹਾਡਾ ਪਦਾਰਥੀ ਹੋ ਗਏ, ਤੁਸੀਂ ਪੈਸੇ ਨੂੰ ਹੀ ਸੋਚਦੇ ਹੋ ਸਫਲਤਾ। ਇਹ ਤਾਂ ਬਾਣੀ ਕਿਤੇ ਲਿਖਿਆ ਹੀ ਨਹੀਂ ਉਹਨਾਂ ਨੇ ਇਹਦੇ ਬਾਰੇ ਕਿਤੇ ਕਿ ਤੇਰੇ ਕੋਈ ਨਾ ਮਹਿਲ ਮੋਲ ਆ ਜਾਊਗਾ ਤੇ ਤੂੰ ਸਫਲ ਹੋ ਜਾਏਗਾ। ਇਹ ਐਸੀ ਤੇ ਕਦੇ ਲੈਣੀ, ਇੱਕ ਲਾਈਨ ਨਹੀਂ ਲਿਖੀ ਕਿਤੇ ਉਹਨਾਂ ਨੇ। ਬਿਲਕੁਲ ਤੂੰ ਕਿੱਦਾਂ ਕਹਿ ਲਿਆ ਕਿ ਇਹ ਕੀ ਕਿਤੇ ਗਲਤ ਨਹੀਂ ਤੁਸੀਂ ਇਹ ਸਟੇਟਮੈਂਟ ਦੇ ਰਹੇ। ਕਹਿੰਦਾ ਇਹੋ ਹੀ ਤੇ ਦੱਸਿਆ ਲੋਕਾਂ ਨੂੰ ਕਿ ਸਫਲ ਇਨਸਾਨ ਤੇ ਉਹੀ ਹੈ। ਕਹਿੰਦਾ ਮੈਂ ਤੇ ਸੋਚਦਾ ਬੱਚੇ ਸੈੱਟ ਆ, ਮੇਰੇ ਕੋਲ ਬੈਂਕ ਚ ਪੈਸੇ ਪਏ ਆ, ਪੈਨਸ਼ਨ ਆਈ ਜਾਂਦੀ ਆ, ਵਧੀਆ ਖਾਈ ਪੀ ਜਾਂਦੇ ਆ। ਤੇ ਉਹ ਕਹਿੰਦਾ ਕਿ ਇੱਕ ਪੈਮਾਨਾ ਥੋੜੀ ਹੈਗਾ ਤੇਰੀ ਸਫਲਤਾ ਦਾ। ਉਹ ਕਹਿੰਦਾ ਸਫਲਤਾ ਦੇ ਮਤਲਬ ਕੀ ਹੈ ਕਿ ਤੂੰ ਜਦੋਂ ਅੱਜ ਤੇਰਾ ਅੰਤਰਾ ਕਿਸ ਲੈਵਲ ਤੇ ਹੈ, ਤੂੰ ਅੰਦਰੋਂ ਕਿਸ ਲੈਵਲ ਤੇ ਬੈਠਾ ਹੈ, ਤੂੰ ਉੱਪਰ ਚੜਿਆ ਕਿ ਥੱਲੇ ਡਿੱਗਦ ਨਹੀਂ ਗਿਆ ਕਦੇ। ਬਿਲਕੁਲ ਇਹ ਪਦਾਰਥ ਉੱਥੇ ਹੁਣ ਕਿੱਦਾਂ ਇਕੱਠੇ ਕੀਤੇ ਤੂੰ। ਬਿਲਕੁਲ ਇਹ ਗੋਰਖੀ ਸਾਹਿਬ ਤਿੰਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ ਦੇਖੋ ਸਹਿਕੀ ਸਾਰ ਸੁਹਾਗਣ ਜਾਣੇ ਤੋਂ ਬਾਅਦ ਜਿਹੜੀਆਂ 3 ਲਾਈਨਾਂ ਹੋਰ ਹੈਗੀਆਂ ਪਹਿਲੇ ਬੰਦ ਦੀਆਂ, ਤਿੰਨੋਂ ਲਾਈਨਾਂ ਦੱਸ ਰਹੀਆਂ ਆ ਭਾਈ ਕਿ ਸੁਹਾਗਣ ਦੀ ਨਿਸ਼ਾਨੀ ਕੀ ਹੈਗੀ ਆ। ਪਹਿਲੀ ਨਿਸ਼ਾਨੀ ਤਾਂ ਉਹ ਦੱਸ ਰਿਹਾ ਵੀ ਉਹਦੇ ਅੰਦਰ ਹੰਕਾਰ ਨਹੀਂ ਹੋਏਗਾ ਔਰ ਸੁਖੀ ਰਹੇਗੀ, ਤੇ ਦੂਸਰੀ ਦੱਸ ਰਿਹਾ ਉਹਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੋਏਗਾ, ਤਨ ਮਨ ਦੇ ਨਾ ਅੰਤਰ ਰੱਖ ਕੇ। ਤੀਸਰੀ ਚੀਜ਼ ਦੱਸ ਰਿਹਾ ਕਿ ਉਹ ਜਿਹੜੀ ਹੈਗੀ ਆ ਉਹਨੂੰ ਹੋਰ ਕੋਈ ਨਜ਼ਰ ਨਹੀਂ ਆਏਗਾ, ਅਵਰਾ ਦੇਖ, ਦੂਸਰੇ ਵੱਲ ਝਾਤੀ ਨਹੀਂ ਮਾਰੇਗੀ। ਮਾਇਆ ਵੱਲ ਉਹ ਮਾਇਆ ਨੂੰ ਤਾਂ ਮਾਇਆ ਤਾਂ ਉਹਦੇ ਪੈਰਾਂ ਤੇ ਡਿੱਗਦੀ ਆ, ਉਹ ਤਾਂ ਮਾਇਆ ਨੂੰ ਸਿਆਣਦੀ ਨਹੀਂ ਆ। ਨਾ ਸੁਣਿਆ ਭੱਖ ਹੈ ਔਰ ਨਾ ਕੋਈ ਜਿਹੜੀ ਹੈਗੀ ਕਿਸੇ ਦੀ ਜਿਹੜੀ ਹੈ ਮਾੜੀ ਨਿੰਦਿਆ ਚੁਗਲੀ ਉਹਦੇ ਅੰਦਰੋਂ ਨਿਕਲਦੀ ਆ, ਨਾ ਉਹ ਸੁਣਦੀ ਆ। ਆਹ 3 ਚੀਜ਼ਾਂ ਨਿਸ਼ਾਨੀਆਂ ਹੈਗੀਆਂ ਭਾਈ ਸੁਹਾਗਣ ਦੀਆਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਕਿ ਕਿੱਦਾਂ ਪਤਾ ਲੱਗੂਗਾ ਕਿ ਤੁਸੀਂ ਸਫਲ ਹੋ ਗਏ ਜੋ, ਤੁਹਾਡਾ ਜੀਵਨ ਤੇ ਹੋਣਾ ਕਾਮਯਾਬ ਹੈਗਾ ਜੋ। ਆ ਵੇਖੋ ਕੀ ਲੈਣ ਲੱਗੀ। ਉਹ ਕਹਿੰਦੀ ਪਹਿਲੀ ਤੇ ਉਹ ਕਿ ਉਹ ਜਿਹੜੀ ਸੁਹਾਗਣ ਹੈ ਨਾ, ਉਹ ਜਿਹੜਾ ਸਫਲ ਹੋ ਗਿਆ ਵਾ ਉਹਦੀ ਨਿਸ਼ਾਨੀਆਂ ਨੇ ਵੇਖੋ। ਉਹ ਕਹਿੰਦੇ ਅਭਿਮਾਨ ਨਹੀਂ ਹੁੰਦਾ, ਤੇ ਉਹ ਆਨੰਦ ਮਾਣਦਾ ਹੈ, ਸੁੱਖ ਮਾਣਦਾ ਹੈ, ਪਰਮ ਆਨੰਦ ਸ਼ਾਂਤੀ। ਜਿਹੜਾ ਸਾਡਾ ਨਿੱਜ ਸਰੂਪ ਹੈ ਨਾ, ਜਿਹੜਾ ਅਸਲੀ ਸਾਡਾ ਸਰੂਪ ਆ, ਉਹ ਪਰਮ ਆਨੰਦ ਪਰਮ ਸ਼ਾਂਤੀ ਆ। ਉਹਦਾ ਕੋਈ ਰੀਜ਼ਨ ਨਹੀਂ ਹੈਗਾ। ਆਪ ਜੀ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ। ਜਿਹੜਾ ਸਾਡਾ ਨਿੱਜ ਸਰੂਪ ਆ, ਜਿਹਨੂੰ ਅਸੀਂ ਆਤਮਾ ਕਹਿ ਦਿੰਦੇ ਹਾਂ, ਜਿਹਨੂੰ ਪਰਮਾਤਮਾ ਕਹਿ ਦਿੰਦੇ ਹਾਂ, ਉਹ ਸਾਡਾ ਅਸਲੀ ਨਿੱਜ ਸਰੂਪ ਆ। ਔਰ ਜਦੋਂ ਤੁਸੀਂ ਉਹ ਕਾਈ ਜੀ ਥੱਲੇ ਕੀਤੀ ਨਾ ਸਾਈਡ ਤੇ ਵਿਚਾਰ ਮੰਡਲ ਦੀ, ਜਿੱਦਾਂ ਉਹ ਛੱਪੜ ਦੇ ਉੱਤੇ ਹਰੀ ਜੀ ਕਾਈ ਜੀ ਆ ਜਾਂਦੀ ਆ, ਅਲਗੀ ਕਹਿੰਦੇ ਬਣੀ ਬਣ ਜਾਂਦੀ ਆ, ਤੇ ਐਲਜੀ ਬਣ ਗਈ ਕਹਿੰਦੇ, ਉਹ ਕਾਈ ਨੂੰ ਸਾਈਡ ਤੇ ਕੀਤਾ ਤੇ ਥੱਲੋਂ ਨਿਰਮਲ ਜਲ ਤੇ ਪਏਗਾ। ਠੀਕ ਹੈ, ਉਹ ਸਾਡਾ ਸਰੂਪ ਆ, ਅਸੀਂ ਉਹਨੂੰ ਲੈ ਕੇ ਪੈਦਾ ਹੋਏ ਆ। ਬਸ ਜਦੋਂ ਅਸੀਂ ਉਸ ਪਰਤ ਨੂੰ ਸਾਈਡ ਤੇ ਕਰ ਦਿੰਦੇ ਹਾਂ ਤੇ ਸੱਚ ਚਿੱਤ ਆਨੰਦ ਹੀ ਹੋ ਜਾਂਦਾ। ਠੀਕ ਹੈ, ਇੱਥੇ ਉਹ ਕਹਿ ਰਹੇ ਨੇ ਰਲ ਮੰਨੇ ਦੁੱਖ ਰਲੀਆਂ ਮਾਨੇ। ਜਦੋਂ ਅਸੀਂ ਪ੍ਰਮਾਤਮਾ ਰੂਪੀ ਪਤੀ ਦੇ ਨਾਲ ਵਿਆਹੇ ਜਾਂਦੇ ਆ ਔਰ ਉਹ ਜਿਹੜੇ ਬੰਧਨੇ ਆ ਸਾਡਾ ਅਗਿਆਨ ਭਰਮ ਦੂਰ ਕਰ ਦਿੰਦੇ, ਫਿਰ ਸੁੱਖ ਤੇ ਰਲੀਆਂ ਹੀ ਮਾਨਦੇ ਆ। ਉਹ ਉੱਥੇ ਦੁੱਖ ਨਹੀਂ ਹੈਗਾ। ਕਿਉਂਕਿ ਦੁੱਖ ਕਿਉਂ ਨਹੀਂ ਹੈਗਾ? ਕਿਉਂਕਿ ਉੱਥੇ ਪਦਾਰਥ ਹੀ ਨਹੀਂ ਹੈਗਾ। ਪਦਾਰਥ ਜਿਹੜੇ ਆ ਸਾਨੂੰ ਸੁੱਖ ਦਿੰਦੇ ਆ। ਇਹ ਨਹੀਂ ਮੈਂ ਕਹਿੰਦਾ ਕਿ ਸਹੂਲਤਾਂ ਨਹੀਂ ਹੈਗੀਆਂ ਨੇ, ਪਰ ਇਹ ਸਾਡੇ ਅੰਤਰਕਰਨ ਚ ਸ਼ਾਂਤੀ ਨਹੀਂ ਪੈਦਾ ਕਰ ਸਕਦੇ। ਸਰੀਰ ਦੀਆਂ ਸ਼ਾਂਤੀ ਜਿਹੜੀ ਪਰਮਾਤਮਾ ਸਰੀਰ ਦੀਆਂ ਸਹੂਲਤਾਂ ਹੈਗੀਆਂ, ਸਿਰਫ ਸਰੀਰ ਹੀ ਨਹੀਂ ਜ਼ਿਆਦਾ। ਆਪਾਂ ਸਰੀਰ ਹੈ ਨਹੀਂ ਗੇ ਤੇ ਸਹੂਲਤਾਂ ਦੀ ਕੀ ਲੋੜ ਹੈ ਆਪਾਂ ਨੂੰ? ਹਾਂ, ਇਹ ਬਸ ਸਹੂਲਤਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਟੈਂਪਰੇਰੀ ਨੇ। ਉਹ ਇੱਕ ਟੈਂਪਰੇਰੀ ਏਦਾਂ ਵਾ ਕਿ ਜਿੱਦਾਂ ਮਤਲਬ ਤੁਸੀਂ ਰੋਟੀ ਖਾਂਦੇ ਜੋ, ਆਮ ਦਾਲ ਫੁਲਕਾ ਵਧੀਆ ਮਾੜੀ ਮੋਟੀ ਸਬਜ਼ੀ ਖਾ ਲੋਗੇ, ਥੋੜੇ ਪੈਸੇ ਵੱਧ ਆ ਗਏ ਤੇ ਫਿਰ 5 ਸਟਾਰ ਹੋਟਲ ਚੱਲ ਜਾਓਗੇ। ਇਹੋ ਕਹਾਣੀ ਆ, ਇਸ ਤੋਂ ਵੱਧ ਕੁਛ ਨਹੀਂ ਹੈਗਾ। ਫਿਰ ਥੋੜੇ ਜਿਹੇ ਹਉਮੈ ਨੂੰ ਪੱਠੇ ਪਾਉਣ ਦੇ ਲਈ ਤੁਸੀਂ ਸਮਾਨ ਸਮੂਨ ਲੈ ਲਓਗੇ ਇੱਧਰ ਉੱਧਰ ਦਾ। ਤੇ ਕੱਪੜੇ ਤੇ ਪਹਿਲਾਂ ਵੀ ਹੈਗੇ ਸੀ, ਪਰ ਥੋੜੇ ਜਿਹੇ ਵਧੀਆ ਕੁਆਲਿਟੀ ਚੱਲ ਜਾਓਗੇ। ਪਹਿਲਾਂ ਆਮ ਸਿੰਪਲ ਤੁਸੀਂ ਜਾਂਦੇ ਸੀ, ਫਿਰ ਫਲੈਟ 'ਚ ਚੱਲ ਜਾਓਗੇ, ਫਲੈਟ 'ਚ ਜਾਂਦੇ ਸੀ ਬਿਜ਼ਨਸ ਕਲਾਸ 'ਚ ਚੱਲ ਜਾਓਗੇ। ਬਸ ਇਹੋ ਕੁਛ ਆ, ਹੋਰ ਕੋਈ ਕਹਾਣੀ ਨਹੀਂ ਹੈਗੀ। ਤੇ ਉਹ ਸਭ ਬੰਦੇ ਦੀ ਹਉਮੈ ਨੂੰ ਪੱਠੇ ਪਾਏ ਜਾਂਦੇ ਆ। ਉਹ ਬੰਦਾ ਚਾਹੁੰਦਾ ਕਿ ਮੈਂ ਕੁਛ ਹੈਗਾ। ਠੀਕ ਹੈ, ਇਹਦੇ ਵਿੱਚ ਦੇਖੋ ਫਿਰ ਅਗਲੇ ਬੰਦੇ ਸਫ਼ਰ ਕਰਨਾ ਹੁੰਦਾ ਵਾ, ਫਿਰ ਤੁਸੀਂ ਆਪਣਾ ਜਹਾਜ਼ ਖਰੀਦ ਲੋਗੇ, ਹੋਰ ਕੀ ਲੈ ਲੋਗੇ? ਬਹੁਤੀ ਗੱਲ ਜ਼ਿਆਦਾ ਪੈਸਾ ਆ ਗਿਆ ਤੇ ਇੱਕ ਸਪੇਸ ਸ਼ੈਲਟਰ ਖਰੀਦ ਲੋਗੇ, ਹੋਰ ਕੀ ਕਰ ਲੋਗੇ? ਇਹੋ ਹੀ ਕੁਛ ਹੈ। ਤੇ ਸਪੇਸ ਸ਼ੈਲਟਰ ਲੈ ਕੇ ਕਿੱਥੇ ਚੱਲ ਜਾਣਾ? ਇੱਥੇ ਘੁੰਮੀ ਜਾਣਾ।
ਏਦਾਂ ਹੀ ਜੀਵਨ ਲੰਘ ਨੂੰ ਜਾਣਾ। ਪਰ ਆ आवाज बंद हो गई जी। हाँ ਵਿੱਚ ਕਾਲ ਆ ਗਈ। ਅਵਰਾ ਦੇਖ ਨਾ ਸੁਣੇ ਅਪਾਖੇ। ਫਿਰ ਕਹਿੰਦੇ ਆ ਕਿ ਦੂਜਿਆਂ ਨੂੰ ਦੇਖ ਕੇ ਉਹ ਮਾੜਾ ਚੰਗਾ ਨਹੀਂ ਬੋਲਦੇ, ਔਰ ਵੈਸੇ ਵੀ ਤੁਹਾਡੇ ਅੰਦਰੋਂ ਨਿੰਦਿਆ ਨਹੀਂ ਨਿਕਲਣ। ਆਪ ਨੇ ਅਗਰ ਥੋੜਾ ਟਾਈਮ ਸਾਧਨਾ ਕੀਤੀ, ਬੰਦਗੀ ਕੀਤੀ, ਆਪ ਜੀ ਦੇ ਮੂੰਹ ਚੋਂ ਨਿੰਦਿਆ ਨਹੀਂ ਨਿਕਲਣੀ ਚਾਹੀਦੀ। ਆਪਣੇ ਆਪ ਬੰਦ ਹੋਊਗੀ। ਤੇ ਜੇ ਨਿੰਦਿਆ ਨਿਕਲਦੀ ਪਈ ਆ, ਇਹਦਾ ਮਤਲਬ ਕਿ ਤੁਸੀਂ ਬਹੁਤ ਜ਼ਿਆਦਾ ਅੱਤ ਕਰ ਰਹੇ ਜੋ। ਬਹੁਤ ਜ਼ਿਆਦਾ ਤੁਸੀਂ ਬਹੁਤ ਜ਼ਿਆਦਾ ਜਿੱਦ ਕਰ ਰਹੇ ਜੋ। ਅਗਰ ਆਪਨੇ ਸੰਗਤ ਕੀਤੀ ਹੈ, ਗੁਰਮੁਖਾਂ ਦੀ ਸੰਗਤ ਕੀਤੀ ਹੈ, ਮੈਂ ਚੈਲੰਜ ਕਰਕੇ ਕਹਿੰਦਾ ਵਾ, ਮੈਂ ਕੱਚੀਆਂ ਗੱਲਾਂ ਨਹੀਂ ਮੈਂ ਕਰ ਰਿਹਾ, ਗਰੰਟੀ ਆਪਨੇ 6 ਮਹੀਨੇ ਸਾਲ ਸੰਗਤ ਕੀਤੀ ਹੈ, ਇਹਦੇ ਬਾਵਜੂਦ ਤੁਹਾਡੇ ਮੂੰਹ ਚੋਂ ਨਿੰਦਿਆ ਨਿਕਲ ਰਹੀ ਆ, ਇਹਦਾ ਮਤਲਬ ਕਿ ਤੁਸੀਂ ਬਹੁਤ ਜ਼ਿਆਦਾ ਆਪਣੀ ਇੱਕ ਆਦਤ ਤੋਂ ਮਜਬੂਰ ਜੋ। ਵੈਸੇ ਆਤਮਾ ਤੇ ਦੋਸ਼ ਨਹੀਂ ਹੈਗਾ, ਨਿਰਦੋਸ਼ ਹੈਗੀ ਉਹ, ਦੋਸ਼ ਤੋਂ ਰਹਿਤ। ਦਰਪਣ ਸਾਡਾ ਸਾਨੂੰ ਦਿਖਦਾ ਹੈ। ਜੇਕਰ ਮੈਨੂੰ ਸੰਸਾਰ 'ਚ ਬੁਰਾਈ ਨਜ਼ਰ ਆ ਰਹੀ ਆ, ਇਹਦਾ ਮਤਲਬ ਕਿ ਮੇਰਾ ਹਜੇ ਜਿਹੜਾ ਸ਼ੀਸ਼ਾ ਹੈ ਉਹ ਲੈਂਜ ਬਰਾਬਰ ਕਲੀਨ ਨਹੀਂ ਜੋ ਹੋਇਆ। ਕਿਉਂਕਿ ਨਾ ਅੰਦਰ ਪ੍ਰੋਬਲਮ ਜੇ ਤੇ ਨਾ ਬਾਹਰ ਪ੍ਰੋਬਲਮ ਜੇ। ਇਹ ਜਿਹੜਾ ਵਿੱਚ ਸ਼ੀਸ਼ਾ ਹੈਗਾ ਨਾ ਨਿੱਜਰ ਸਾਹਿਬ, ਜਿਹੜਾ ਐਨਕਾਂ, ਉਹਦੀ ਗੜਬੜ ਜੇ। ਬਿਲਕੁਲ ਸਹੀ ਗੱਲ। ਮੈਂ ਮੱਤ ਤੇ ਪਾਪਾਂ ਦੇ ਨਾਲ ਉਹਨੂੰ ਗੰਦਾ ਕੀਤਾ ਹੈ ਨਾ, ਫਿਰ ਉਹਦੇ ਵਿੱਚ ਮੈਂ ਜੋ ਵੀ ਵੇਖਾਂਗਾ ਉਹ ਦੇਖਣਾ ਤੇ ਮੈਨੂੰ ਉਹੀ ਚੀਜ਼ ਆ। ਹਾਂ ਬਿਲਕੁਲ ਸਹੀ। ਦੇਖਣ ਵਾਲੀ ਵੀ ਆਤਮਾ ਹੈ ਤੇ ਜਿਹਨੂੰ ਦੇਖ ਰਹੇ ਆ ਉਹ ਵੀ ਉਹ ਪਰਮਾਤਮਾ ਹੈਗੀ। ਵਿਚਾਲੇ ਹੀ ਉਹ ਕੁਛ ਸਾਰਾ ਕੁਛ ਗੜਬੜ ਵਿਚਾਲੇ ਹੀ ਹੈਗੀ। ਹੁਣ ਵੇਖੋ ਸ਼ੀਸ਼ੇ ਨੂੰ ਕੋਈ ਮੈਲ ਚਿੰਬੜਦੀ ਹੈ, ਉੱਥੇ ਲੱਗ ਜਾਂਦੀ ਹੈ। ਪਰ ਇੱਕ ਗੱਲ ਹੈਗੀ, ਮਾੜਾ ਤੇਲ ਲਾ ਦੋ ਉੱਥੇ ਤੇ ਨਾ ਤੁਹਾਡੀ ਸ਼ਕਲ ਦਿਖਣੀ ਆ, ਨਾ ਅੰਦਰ ਦਾ ਕੁਝ ਦਿਖਣਾ। ਇਹ ਸਾਡੀ ਚਿੱਤ ਦੀ ਹੈ ਹਾਲਤ। ਕਿਉਂਕਿ ਉਹ ਚਿੱਤ ਜਿਹੜਾ ਨਿਰਦੋਸ਼ ਆ, ਦੋਸ਼ ਤੋਂ ਰਹਿਤ ਹੈ। ਜਿੱਦਾਂ ਸ਼ੀਸ਼ੇ ਨੂੰ ਕੋਈ ਮਲੀਨਤਾ ਨਹੀਂ ਨਾ ਲੱਗਦੀ, ਉਸੇ ਤਰ੍ਹਾਂ ਸਾਡੇ ਚਿੱਤ ਨੂੰ ਕੁਛ ਨਹੀਂ ਲੱਗਦਾ। ਪਰ ਚਿੱਤ ਨੂੰ ਜਦੋਂ ਅਸੀਂ ਖੁਦ ਆਪਣੀ ਬੁੱਧੀ ਦੇ ਨਾਲ ਅਸੀਂ ਗੂਗਲ ਤੇ ਕੰਮ ਕਰਦੇ ਹਾਂ ਤਾਂ ਫਿਰ ਉਹ ਮਲੀਨ ਹੋ ਜਾਂਦਾ। ਫਿਰ ਉਹ ਗਾਰਡ ਜਿਹੜਾ ਖਤਮ ਹੋ ਜਾਂਦਾ, ਸਕ੍ਰੈਚ ਗਾਰਡ ਨਹੀਂ ਰਹਿ ਜਾਂਦਾ, ਉਹ ਡਾਇਰੈਕਟ ਸ਼ੀਸ਼ਾ ਆ ਜਾਂਦਾ ਤੇ ਉਹਦੀ ਪ੍ਰੋਟੈਕਸ਼ਨ ਨਹੀਂ ਹੁੰਦੀ। ਫਿਰ ਕਹਿੰਦੇ ਸੋ ਕਤ ਜਾਣੇ ਪੀਰ ਪਰਾਈ, ਅਵਰਾ ਦੇਖ ਨਾ ਸੁਨੇ ਅਪਾਕੇ। ਹਾਂਜੀ, ਇੱਥੋਂ ਬੋਲਣ ਜਾਂਦਾ। ਸੋ ਕਤ ਜਾਣੇ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ ਰਹਾਓ। ਕਹਿੰਦੇ ਜਿਹੜੀ ਸੁਹਾਗਣ ਹੀ ਹੈ ਨੀ ਗੀ, ਉਹਨੂੰ ਸੁਹਾਗ ਦੇ ਬਾਰੇ ਕੀ ਪਤਾ ਹੈ ਭਾਈ? ਉਹਨੂੰ ਸੁਹਾਗ ਦੇ ਬਾਰੇ ਕੀ ਪਤਾ ਹੈ ਭਾਈ? ਹਾਂਜੀ ਵੀਰ ਜੀ, ਜਿਹਦੇ ਅੰਦਰ ਦਰਦ ਹੀ ਹੈ ਨੀ ਗਾ, ਉਹ ਕੀ ਜਾਣਦੀ ਹੈ ਦੂਸਰੇ ਦੀ ਪੀੜਾ? ਜਿਹਨੇ ਕਦੀ ਦਰਦ ਸਹਾਰਿਆ ਨਹੀਂ, ਜਿਹਨੇ ਕਦੀ ਸੁਹਾਗ ਦਾ ਆਨੰਦ ਨਹੀਂ ਮਾਣਿਆ, ਉਹ ਸੁਹਾਗ ਦੇ ਬਾਰੇ ਕੀ ਜਾਣਦੀ ਹੈ? ਬਿਲਕੁਲ ਠੀਕ ਹੈ ਜੀ। ਜਿਹਨੇ ਬੰਦਗੀ ਨਹੀਂ ਕੀਤੀ ਉਹਨੂੰ ਕੀ ਪਤਾ ਹੈ ਕਿ ਬੰਦਗੀ ਕੀ ਹੈ, ਭਗਤੀ ਕੀ ਹੈ, ਕਿਹੜੀ ਚਿੜੀ ਦਾ ਨਾਮ ਹੈ, ਇਹ ਕਿੱਦਾਂ ਦੀ ਚਿੜੀ ਹੈ? ਇਹ ਤੇ ਕੋਈ ਸਾਧਕ ਹੀ ਜਾਣਦਾ। ਉਹ ਜਦੋਂ ਪੀੜਾ ਚੋਂ ਲੰਘਦਾ। ਵੈਸੇ ਵੀ ਪਰਮਾਤਮਾ ਨੂੰ ਮਿਲਣਾ, ਜਿੱਦਾਂ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਨਾ, ਉਸ ਪ੍ਰੋਸੈਸ ਦੇ ਵਿੱਚੋਂ ਲੰਘਣਾ ਪੈਂਦਾ ਹੈ ਤੁਹਾਨੂੰ। ਇਹ ਕੋਈ ਪਰਮਾਤਮਾ ਨੂੰ ਮਿਲਣਾ ਬੱਚਿਆਂ ਦਾ ਖੇਲ ਨਹੀਂ। ਕਹਿਣ ਤੋਂ ਭਾਵ ਹੈ ਕਿ ਜਿੱਦਾਂ ਇੱਕ ਮਤਲਬ ਸਰੀਰ ਹੈ ਸਾਡਾ, ਆਹ ਸਰੀਰ ਤੇ ਸੂਖਮ ਸਰੀਰ, ਇਹ ਦੋਨਾਂ ਨੂੰ ਜਿੱਦਾਂ ਰੂਹ ਦੇ ਪਿੰਜੇ ਚੋਂ ਕੱਢਣਾ ਪੈਂਦਾ ਨਾ, ਉਸ ਤਰ੍ਹਾਂ ਲੰਘਦੇ ਨੇ। ਪੂਰੀ ਹਾਈ ਟਰਾਂਸਫੋਰਮੇਸ਼ਨ ਹੁੰਦੀ ਹੈ। ਜਿੱਦਾਂ ਕੋਈ ਫਾਲਤੂ ਦੀ ਚੀਜ਼ ਹੁੰਦੀ ਹੈ, ਸੋਨੇ ਦੇ ਨਾਲੋਂ ਸਾੜ ਦਿੱਤੀ ਜਾਂਦੀ ਆ, ਉਸੇ ਹੀ ਤਰ੍ਹਾਂ ਜਿਹੜੀ ਸਾਡੀ ਮਲੀਨਤਾ ਹੈ ਨਾ ਅੰਦਰ ਦੀ ਤੇ ਸਰੀਰਕ ਤੌਰ ਤੇ, ਇਹ ਬਾਣੀ ਦੇ ਵਿੱਚ ਲਿਖਿਆ ਹੈ ਔਰ ਇਹ ਸੱਚ ਹੈਗਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤੇ ਮਨ ਤਨ ਪਿਆ ਰੋਗਾ। ਤਨ ਮਨ ਪਿਆ ਰੋਗਾ, ਪਤਾ ਨਹੀਂ। ਹਾਂਜੀ ਹਾਂ, ਮਨ ਤਨ ਪਿਆ ਰੋਗਾ। ਹਾਂਜੀ ਹਾਂ। ਤੇ ਇਹ ਮਨ ਤੇ ਤਨ ਦੋਨੋਂ ਅਰੋਗ ਹੋ ਜਾਂਦੇ ਆ, ਬਿਮਾਰੀ ਤੋਂ ਮੁਕਤ ਹੋ ਜਾਂਦੇ। ਜੇ ਤੁਹਾਡੇ ਸਰੀਰ 'ਚ ਨੁਕਸ ਹੈਗਾ ਵਾ ਤੇ ਬਹੁਤ ਹੱਦ ਤੱਕ ਤੁਹਾਡੇ ਸਰੀਰ ਦੀ ਬਿਮਾਰੀ ਠੀਕ ਹੋ ਜਾਂਦੀ। ਕਿਉਂਕਿ ਜਦੋਂ ਪ੍ਰਾਣ ਊਰਜਾ ਪ੍ਰਗਟ ਹੋ ਜਾਂਦੀ ਹੈ ਨਾ, ਇਹਨੇ ਕੀ ਕਰਨਾ ਕਿ ਸਾਡੇ ਸਰੀਰ 'ਚ ਜਿਹੜਾ ਕਰੰਟ ਰੁਕਿਆ ਸੀ ਉਹ ਠੀਕ ਮਾਤਰਾ 'ਚ ਜਾਣ ਡਿਆ ਪਏਗਾ। ਉਹ ਔਰਗਨ ਆਪਣੇ ਆਪ ਹੀ ਠੀਕ ਹੋ ਜਾਣੇ। ਉਸ ਤੋਂ ਬਾਅਦ ਜਿਹੜਾ ਅੰਤਰਾਕਰਨ ਤੁਹਾਡਾ ਜਿਹੜਾ ਥੋਟ ਪ੍ਰੋਸੈਸ ਹੈ ਨਾ, ਉਹ ਥੋਟਸ ਜਿਹੜੀਆਂ ਨੇ ਉਹ ਸੈਟਲ ਹੋ ਜਾਣਗੀਆਂ। ਜਿਹੜਾ ਗੰਦਮੰਦ ਉੱਡਿਆ ਫਿਰਦਾ ਸੀ ਨਾ, ਹੁਣ ਜਿੱਦਾਂ ਮੰਨ ਲਓ ਆਪਣੇ ਘਰ 'ਚ ਆਪਾਂ ਕਿਚਨ 'ਚ ਗਏ, ਰਸੋਈ 'ਚ ਗਏ ਆ, ਜਿਹੜੀ ਚੀਜ਼ ਦੀ ਲੋੜ ਹੈ ਸਾਨੂੰ ਅਸੀਂ ਉਹ ਕੱਢ ਕੇ ਯੂਜ਼ ਕਰਕੇ ਵਾਪਸ ਰੱਖ ਦਿੱਤੀ। ਹੁਣ ਤੁਸੀਂ ਆਟਾ ਵੀ ਖਿਲਾਰਿਆ ਵਾ, ਵੇਸਣ ਵੀ ਖਿਲਾਰਿਆ ਵਾ, ਹਲਦੀ ਵੀ ਖਿਲਾਰੀ ਫਿਰਦੇ, ਲੂਣ ਵੀ ਖਿਲਾਰੀ ਫਿਰਦੇ ਆ, ਉੱਥੇ 5-6 ਕਿਸਮ ਦੀਆਂ ਸਬਜ਼ੀਆਂ ਪਈਆਂ ਨੇ, 200-400 ਬਰਤਨ ਪਏ ਨੇ, ਤੁਹਾਨੂੰ ਪਤਾ ਨਹੀਂ ਲੱਗਣ ਦਿਆ ਚਾਹੀਦਾ ਕੀ ਤੇ ਖਾਣਾ ਕੀ ਤੇ ਬਣਾਉਣਾ। ਤੇ ਜਦੋਂ ਤੁਸੀਂ ਉਹਨੂੰ ਅਰੇਂਜ ਕਰਤਾ, ਉਹਨੂੰ ਕਹਿੰਦੇ ਆਪਾਂ ਹਾਊਸ ਕੀਪਿੰਗ। ਜਦੋਂ ਤੁਸੀਂ ਸਾਧਨਾ ਕੀਤੀ 2-4 ਮਹੀਨੇ, ਤੇ ਜਿਹੜੇ ਤੁਹਾਡੇ ਅੰਦਰ ਆ ਜਿਹੜਾ ਖਲਾਰਾ ਜਿਹਾ ਪਿਆ ਸੀ ਨਾ ਕਿਚਨ ਦੇ ਵਿੱਚ, ਰਸੋਈ 'ਚ, ਉਹ ਸਾਰਾ ਸੈੱਟ ਹੋ ਜਾਣਾ ਵਾ ਬਕਸਿਆਂ ਦੇ ਅੰਦਰ ਟੈਟ।
ਤੁਸੀਂ ਇੱਕ ਚੀਜ਼ ਕੱਢੋਗੇ, ਉਹਦਾ ਇਸਤੇਮਾਲ ਕਰੋਗੇ, ਫਿਰ ਉਹਦੇ ਵਿੱਚ ਵਾਪਸ ਪਾ ਦਿਓ। ਬਿਲਕੁਲ ਨਿੱਜਰ ਸਾਹਿਬ ਕਲੀਨ। ਬਿਲਕੁਲ। ਤੁਸੀਂ ਜ਼ਿੰਦਗੀ ਨੂੰ ਵੇਖੋ, ਤੁਹਾਡੀ ਜ਼ਿੰਦਗੀ 'ਚ ਕਲੈਰਿਟੀ ਆਊਗੀ। ਆਪਾਂ ਹਜੇ ਕਲਾਉਡੀ ਮਾਈਂਡ ਦੇ ਨਾਲ ਜੀਵਨ ਬਤੀਤ ਕਰਦੇ ਹਾਂ, ਉਹਦੇ ਵਿੱਚ ਉਹ ਖਲਾਰਾ ਪਿਆ। ਤੁਹਾਨੂੰ ਇੱਕ ਚੀਜ਼ ਚਾਹੀਦੀ ਹੈ, ਤੁਸੀਂ 50 ਚੀਜ਼ਾਂ ਬਾਹਰ ਕੱਢ ਕੇ ਰੱਖੀਆਂ, ਤੁਹਾਨੂੰ ਇਹ ਨਹੀਂ ਪਤਾ ਕੱਢਣੀ ਕਿਹੜੀ ਆ, ਪਾਉਣੀ ਕਿਹੜੀ ਆ। ਉੱਥੇ ਸਾਰਾ ਉਹ ਗੜਬੜ ਜੀ ਕਰ ਲਈ ਆਪਾਂ। ਤੇ ਜਦੋਂ ਤੁਸੀਂ ਭਗਤੀ ਕਰਦੇ ਗਏ ਉਹ ਚੀਜ਼ਾਂ ਹੌਲੀ ਹੌਲੀ ਕਰਕੇ ਸਲੈਬ ਬਿਲਕੁਲ ਖਾਲੀ ਹੋ ਜਾਏਗੀ, ਬਿਲਕੁਲ ਖਾਲੀ ਹੋ ਜਾਊਗੀ। ਤੁਹਾਡੇ ਕੋਲ ਕੇਵਲ ਉਹ ਚੀਜ਼ ਹੋਊਗੀ ਸਾਹਮਣੇ ਜਿਹੜੀ ਤੁਸੀਂ ਖੁਦ ਲਿਆਂਦੀ ਆ, ਆਪਣੇ ਆਪ ਨਹੀਂ ਆਉਣੀ। ਪਹਿਲਾਂ ਤੇ ਸਭ ਕੁਝ ਸਾਹਮਣੇ ਆਪਣੇ ਆਪ ਹੀ ਤੁਹਾਡੇ ਕੱਢੇ ਤੋਂ ਬਿਨਾਂ ਹੀ ਸਲੈਬ ਭਰੀ ਸੀ, ਪਰ ਜਦੋਂ ਤੁਸੀਂ ਬੰਦਗੀ ਕੀਤੀ, ਤੁਹਾਡੇ ਅੰਦਰ ਕੇਵਲ ਉਹੀ ਚੀਜ਼ ਚੱਲੂਗੀ ਜਿਹੜੀ ਚੀਜ਼ ਨੂੰ ਤੁਸੀਂ ਖੁਦ ਚਲਾਓਗੇ। ਜਿੱਦਾਂ ਪੱਖਾ ਚਾਲੂ ਆ ਕੀਤਾ, ਮੈਨੂੰ ਲੋੜ ਆ, ਪੱਖਾ ਛੱਡਿਆ, ਹੁਣ ਮੈਨੂੰ ਲੋੜ ਨਹੀਂ, ਮੈਂ ਸਵਿਚ ਆਫ ਕਰਤਾ। ਤੁਸੀਂ ਆਪਣੇ ਚਿੱਤ ਦਾ, ਤੁਸੀਂ ਆਪਣੇ ਮਨ ਦਾ, ਤੁਸੀਂ ਆਪਣੀ ਬੁੱਧੀ ਦਾ ਉਦੋਂ ਇਸਤੇਮਾਲ ਕਰੋਗੇ ਜਦੋਂ ਤੁਹਾਨੂੰ ਲੋੜ ਆ। ਜਿੱਦਾਂ ਮੇਰੇ ਹੱਥ ਨੂੰ ਮੈਨੂੰ ਲੋੜ ਨਹੀਂ ਆ, ਸਾਈਡ ਤੇ ਪਿਆ ਵਾ, ਏਦਾਂ ਤੁਹਾਡਾ ਮਨ ਹੋਏਗਾ ਨਿੱਜਰ ਸਾਹਿਬ। ਆਪ ਜਸਟ ਸੋਚ ਲਓ ਮੈਂ ਕਿੱਦਾਂ ਦੇ ਜੀਵਨ ਦੇ ਬਾਰੇ ਗੱਲ ਕਰ ਰਿਹਾ, ਕਿਉਂਕਿ ਇਹ ਕੋਈ ਗੱਪਾਂ ਨਹੀਂ ਹੈਗੀਆਂ। ਤੁਹਾਨੂੰ ਲੋੜ ਆ ਤੇ ਤੁਸੀਂ ਕੰਮ ਕਰੋਗੇ। ਇਹ ਨਹੀਂ ਕਿ ਮੂੰਹ 'ਚ ਜੋ ਆਇਆ ਘੰਟਾ 3 ਘੰਟੇ ਬੋਲੀ ਗਏ, ਪਤਾ ਵੀ ਨਹੀਂ ਕੀ ਬੋਲਣਾ। ਤੁਸੀਂ ਉਦੋਂ ਹੀ ਬੋਲੋਗੇ ਜਦੋਂ ਤੁਹਾਨੂੰ ਲੋੜ ਆ, ਤੁਸੀਂ ਉਦੋਂ ਹੀ ਵਿਚਾਰ ਕਰੋਗੇ ਜਦੋਂ ਤੁਹਾਨੂੰ ਲੋੜ ਆ। ਤੁਹਾਡੀਆਂ ਇੰਦਰੀਆਂ ਤੇ, ਤੁਹਾਡੀਆਂ ਗਿਆਨ ਇੰਦਰੀਆਂ, ਤੁਹਾਡੀਆਂ ਕਰਮ ਇੰਦਰੀਆਂ ਤੇ ਤੁਹਾਡਾ 101% ਕੰਟਰੋਲ ਹੋਵੇਗਾ। ਬਾਹਰ ਦੀ ਕੋਈ ਵੀ ਚੀਜ਼ ਤੁਹਾਡੇ ਅੰਦਰ ਹਲਚਲ ਨਹੀਂ ਪੈਦਾ ਕਰ ਸਕਦੀ। ਇਹ ਗੱਲ ਤੁਹਾਡੇ ਅੰਦਰ ਪੈਦਾ ਹੋਵੇਗੀ ਜਿਵੇਂ ਜਿਵੇਂ ਤੁਸੀਂ ਆਪਣੇ ਅੰਤਰਾਕਰਨ 'ਚ ਗਹਿਰੇ ਉਤਰਦੇ ਗਏ। ਇਹ ਸੰਸਾਰ ਦਾ ਇੰਪੈਕਟ ਘਟਦਾ ਜਾਣਾ। ਠੀਕ ਹੈ ਨਜਰ ਸਾਹਿਬ? ਬਿਲਕੁਲ ਸਹੀ ਹੈ ਜੀ। ਜਿੱਦਾਂ ਸਮੁੰਦਰ ਦੇ ਤੁਸੀਂ ਉੱਤੇ ਤਲ ਤੇ ਵੇਖੋ ਨਾ, ਛੱਲਾਂ ਜਿਵੇਂ ਜਿਵੇਂ ਤੁਸੀਂ ਸਮੁੰਦਰ ਦੇ ਗਹਿਰੇ ਤਲਾਂ 'ਚ ਉਤਰ ਗਏ ਨਾ, ਬਿਲਕੁਲ ਸਾਇਲੈਂਟ, ਇੱਕ ਚੁੱਪ, ਕੁਆਇਟਨੈਸ, ਬਿਲਕੁਲ ਸ਼ਾਂਤ, ਕੋਈ ਹਲਚਲ ਨਹੀਂ ਹੈਗੀ। ਉਹੀ ਅਵਸਥਾ ਤੁਹਾਡੇ ਅੰਦਰ ਬਣੇਗੀ, ਤੁਹਾਡੇ ਅੰਦਰ ਵੀ ਹਲਚਲ ਨਹੀਂ ਪੈਦਾ ਹੋਏਗੀ। ਇਹ ਰੰਗ ਰਲੀਆਂ ਦੀ ਗੱਲ ਕਰਦੇ ਆ, ਉਸੇ ਜਿਹੜੀ ਮੈਂ ਦੱਸ ਰਿਹਾ ਤੁਹਾਨੂੰ ਖੁੱਲ ਕੇ ਸਿੰਪਲ ਭਾਸ਼ਾ 'ਚ ਦੱਸਦੀ ਹੈ, ਇਹ ਉਸੇ ਰੰਗ ਰਲੀਆਂ ਦੀ ਗੱਲ ਕਰਦੇ ਆ ਕਿ ਹੁਣ ਕੋਈ ਵੀ ਹਲਚਲ ਨਹੀਂ ਹੋ ਰਹੀ। ਦੋਨੋਂ ਇੱਕ ਤੱਤ ਹੋ ਗਏ ਨੇ। ਗੱਲ ਕਰਦੇ ਨੇ ਰਾਮ ਕਬੀਰਾ ਏਕ ਭਏ ਤੇ ਕੋਈ ਨਾ ਸਕੇ ਪਛਾਣੀ। ਜਦੋਂ ਤੁਸੀਂ ਆਤਮਾ ਰੂਪੀ ਸਮੁੰਦਰ ਦੇ ਗਹਿਰੇ ਤਲਾਂ 'ਚ ਉਤਰਦੇ ਗਏ, ਜਿਵੇਂ ਜਿਵੇਂ ਮਨ ਤੁਹਾਡਾ ਸ਼ਾਂਤ ਹੁੰਦਾ ਗਿਆ, ਤੁਸੀਂ ਗਹਿਰੇ ਉਤਰਦੇ ਜਾਣਾ। ਤੁਹਾਡੀ ਸੁਰਤੀ ਇੰਨੇ ਗਹਿਰੇ ਅੰਤਰਾਕਰਨ 'ਚ ਚਲੇ ਜਾਏਗੀ, ਉੱਥੇ ਕੋਈ ਹਲਚਲ ਨਹੀਂ, ਉੱਥੋਂ ਬਾਹਰ ਕੱਢਣਾ ਬਹੁਤ ਮੁਸ਼ਕਲ। ਹਾਂਜੀ ਅੱਗੇ ਚਲੀ ਨਿਜਰ ਸਾਹਿਬ। ਹੁਣ ਦੇਖੋ ਪਹਿਲੇ ਬੰਦ ਦੇ ਵਿੱਚ ਇੱਕ ਸੈਕਿੰਡ ਨਿਜਰ ਸਾਹਿਬ, ਫਿਰ ਮੈਨੂੰ ਹਾਂਜੀ ਇਹ ਕਹਿੰਦੇ ਸੋਕਤ ਜਾਣੇ ਪੀਰ ਪੜਾਈ, ਜਾ ਕੇ ਅੰਦਰ ਦਰਦ ਨਾ ਪਾਈ। ਆਹ ਤੇ ਜਿਹਨੇ ਉਹ ਚੀਜ਼ ਨੂੰ ਜਾਣੇ ਨਹੀਂ, ਉਹ ਕਿੱਥੋਂ ਦੱਸੂਗਾ? ਇਹ ਜਿਹੜਾ ਮੈਂ ਆਪ ਨੂੰ ਦੱਸਣ ਡਿਆ, ਇਹ ਸਾਰਾ ਅਨੁਭਵ ਦਾ ਵਿਸ਼ਾ ਹੈ। ਔਰ ਜਿਹਨੇ ਅਨੁਭਵ ਨਹੀਂ ਕੀਤਾ, ਹੁਣ ਗੱਲੀ ਬਾਤੀ ਤੇ ਕੁਝ ਵੀ ਨਹੀਂ ਦੱਸਿਆ ਜਾ ਸਕਦਾ। ਗੱਲੀ ਬਾਤੀ ਤੇ ਤੁਸੀਂ ਪਾਣੀ ਬਾਰੇ ਨਹੀਂ ਦੱਸ ਸਕਦੇ, ਪਾਣੀ ਕੀ ਆ, ਕੀ ਇਹਦਾ ਫਾਇਦਾ ਹੈ, ਤੁਸੀਂ ਇਹਨੂੰ ਪੀਵਾਂਗੇ ਤੇ ਕੀ ਅਨੁਭਵ ਹੋਊਗਾ। ਉਹ ਤੇ ਘੁੱਟ ਪੀ ਲੋਗੇ ਤੇ ਸਾਰਾ ਕੁਝ ਆਪਣੇ ਆਪ ਹੀ। ਇਹ ਜਿੰਨੇ ਗ੍ਰੰਥ ਲਿਖੇ ਪਾਣੀ ਦੇ ਉੱਤੇ ਤੁਹਾਨੂੰ ਸਾਰੇ ਸਮਝ ਆ ਜਾਣੇ ਆ। ਠੀਕ ਨਜਰ ਸਾਹਿਬ? ਬਿਲਕੁਲ। ਹੁਣ ਦੁੱਧ ਦੇ ਬਾਰੇ ਗੱਲਾਂ ਪੜ੍ਹੀ ਜਾਓ, ਤੇ ਗਲਾਸ ਤੁਹਾਡੇ ਲਾਗੇ ਰੱਖਿਆ, ਤੁਸੀਂ ਪੀ ਕੇ ਵੇਖ ਲਓ ਇੱਕ ਗਲਾਸ, ਤੇ ਤੁਹਾਨੂੰ ਗਿਆਨ ਹੋ ਜਾਣਾ ਦੁੱਧ ਕੀ ਚੀਜ਼ ਹੈ। ਇਹੋ ਹਿਸਾਬ ਇਹੋ ਹੀ ਆ। ਇਹ ਕੇਵਲ ਗੱਲਾਂ ਦਾ ਵਿਸ਼ਾ ਨਹੀਂ ਹੈ, ਇਹ ਅਨੁਭਵ ਦਾ ਵਿਸ਼ਾ। ਅੱਗੇ ਚਲੀਏ ਨਜਰ ਸਾਹਿਬ। ਹੁਣ ਦੇਖੋ ਪਹਿਲਾ ਬੰਦ ਜਿਹੜਾ ਸੀਗਾ, ਉਹਦੇ ਵਿੱਚ ਜਿਹੜਾ ਹੈਗਾ ਆਪਣੇ ਰਵਿਦਾਸ ਜੀ ਨੇ ਸੁਹਾਗਣ ਦੇ ਬਾਰੇ ਦੱਸਿਆ, ਸੁਹਾਗਣ ਦੀਆਂ ਨਿਸ਼ਾਨੀਆਂ ਦੱਸੀਆਂ। ਦੂਸਰਾ ਬੰਦ ਜਿਹੜਾ ਰਹਾਉ ਦਾ ਬੰਦ ਸੀਗਾ, ਉਹ ਜਿਹੜਾ ਦੱਸਿਆ ਹੈ ਜਿਹੜੇ ਸਿਰਫ ਜਿਹੜੇ ਹੈ ਜਿਨ੍ਹਾਂ ਨੇ ਸੁਹਾਗਣ ਹੈ ਨਹੀਂ ਗੀਆਂ ਪਰ ਸੁਹਾਗ ਦੀਆਂ ਗੱਲਾਂ ਕਰਦੀਆਂ ਹੈ। ਕਹਿੰਦੇ ਉਹ ਨਹੀਂ ਸੁਹਾਗ ਨੂੰ ਡਿਫਾਈਨ ਕਰ ਸਕਦੀਆਂ, ਉਹ ਨਹੀਂ, ਉਹਨਾਂ ਨੇ ਮਾਣਿਆ ਹੀ ਨਹੀਂ ਸੁਹਾਗ। ਔਰ ਤੀਸਰਾ ਬੰਦ ਜਿਹੜਾ ਹੁਣ ਆ ਰਿਹਾ ਆ, ਇਹਦੇ ਵਿੱਚ ਜਿਹੜੇ ਹੈਗੇ ਉਹ ਦੱਸਦੇ ਆ ਭਾਈ ਜਿਹਨੇ ਸੁਹਾਗਵਤੀ ਹੋਣ ਦੇ ਵਾਸਤੇ ਆਪਾਂ ਨੂੰ ਆਹ ਮੌਕਾ ਮਿਲਿਆ, ਜਿਹਨੇ ਇਹ ਮੌਕਾ ਗਵਾ ਦਿੱਤਾ ਤੇ ਉਹਦਾ ਕੀ ਹਾਲ ਹੋਊਗਾ। ਤੀਸਰਾ ਬੰਦ ਉਹ ਚੀਜ਼ ਦੱਸ ਰਿਹਾ ਹੈ ਬਈ ਆਪਣੇ ਕੋਲ ਆਪਸ਼ਨ ਹੈਗਾ ਬਈ ਆਪਾਂ ਜਿਹੜੀ ਹੈ ਵਿਆਹ ਕਰਾਈਏ ਚਾਹੇ ਨਾ ਕਰਾਈਏ। ਕਹਿੰਦੇ ਫਿਰ ਠੀਕ ਹੈ ਭਾਈ, ਜੇ ਨਹੀਂ ਕਰਾਓਗੇ ਤੇ ਆਹ ਲਓ, ਆਹ ਵੀ ਉਹਦਾ ਵੀ ਜਿਹੜਾ ਹੈਗਾ ਆਹ ਗਿਆਨ ਉਹਦਾ ਵੀ ਲੈ ਲਓ। ਦੁਖੀ ਦੁਹਾਗਣੇ ਦੋਏ ਪੱਖਹੀਨੀ। ਕਹਿੰਦੇ ਜਿਹੜੀ ਦੁਹਾਗਣ ਹੈ ਜਿਹਨੇ ਵਿਆਹ ਨਹੀਂ ਕਰਾਇਆ, ਦੋਨੋਂ ਪਾਸੇ ਗਏ ਉਹਦੇ।
ਇੱਥੇ ਵੀ ਸੁਖੀ ਨਹੀਂ ਰਹੇਗੀ। ਕਿਉਂ ਮਹਾਰਾਜ ਜੀ, ਇੱਥੇ ਕਿਉਂ ਨਹੀਂ ਸੁਖੀ ਰਹੇਗੀ? ਅਸੀਂ ਤਾਂ ਬੜੇ ਜਿਹੜੇ ਦੁਨੀਆ ਦੇ ਰਸ ਮਾਣ ਰਹੇ। ਕਹਿੰਦੇ ਨਹੀਂ ਭਾਈ ਦੇਖ, ਇੱਥੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ, ਕ੍ਰੋਧ ਦੇ ਨਾਲ ਜਿਹੜਾ ਹੈਗਾ, ਈਰਖਾ ਦੇ ਨਾਲ, ਦੁਆਸ਼ ਦੇ ਨਾਲ, ਹਉਮੈ ਦੇ ਨਾਲ ਜਿਹੜਾ ਹੈਗਾ ਦੁਖੀ ਰਹੇਗੀ। ਬਿਮਾਰੀਆਂ ਆ ਜਾਣੀਆਂ ਹੈ ਤੈਨੂੰ ਭੋਗ ਵਿਲਾਸ ਦੇ ਨਾਲ। ਇੱਥੇ ਵੀ ਦੁਖੀ ਤੇ ਗਾਹਾਂ ਵੀ ਦੁਖੀ। ਦੋਏ ਪੱਖ ਹੀ ਨਹੀਂ, ਦੋਨੋਂ ਪਾਸੇ ਗਏ, ਲੋਕ ਪਰਲੋਕ ਦੋਨੋਂ ਗਏ ਉਹਦੇ, ਜਿਹਨੇ ਇੱਥੇ ਆ ਕੇ ਜਿਹੜਾ ਚਾਂਸ ਗਵਾ ਦਿੱਤਾ। ਦੁਖੀ ਦੁਹਾਗਣ ਦੋਏ ਪੱਖ ਹੀ ਨਹੀਂ, ਜਿਹਨੇ ਨਾਹ ਨਿਰੰਤਰ ਭਗਤ ਨਾ ਕੀਨੀ। ਉਹਨੇ ਆਪਣੇ ਪਤੀ ਮਾਲਕ ਪਰਮਾਤਮਾ ਦੇ ਸੁਹਾਗ ਦੇ ਵਾਸਤੇ, ਸੁਹਾਗਣ ਹੋਣ ਦੇ ਵਾਸਤੇ ਭਗਤੀ ਨਹੀਂ ਕੀਤੀ ਨਿਰੰਤਰ ਲਗਾਤਾਰ। ਇਹਦੇ ਵਾਸਤੇ ਆਪਾਂ ਨੂੰ ਸਰੀਰ ਮਿਲਿਆ ਹੋਇਆ ਹੈ। ਫਿਰ ਕੀ ਹੋਏਗਾ ਜੀ? ਪੁਰਸਲਾਤ ਕਾ ਪੰਥ ਦੁਹੇਲਾ। ਇਹ ਪੁਰਸਲਾਤ ਜਿਹੜਾ ਹੈਗਾ, ਮੁਸਲਮਾਨ ਜਿਹੜੇ ਹੈਗੇ, ਜਿਹੜੇ ਆਪਣੇ, ਜਿਵੇਂ ਕਬੀਰ ਜੀ ਕਹਿੰਦੇ ਆ, ਕਬੀਰ ਮੁਕਤ ਦੁਆਰਾ ਸੰਕੁਰਾਰ ਰਾਈ ਦਸਵੇਂ ਪਾਏ, ਮਨ ਤੋਂ ਮੈਗਲ ਹੋਏ ਰਹੋ ਨਿਕਸਿਓ ਕਿਉਂ ਕਰ ਜਾਏ। ਉਸੇ ਤਰੀਕੇ ਦੇ ਨਾਲ ਮੁਸਲਮਾਨ ਕਹਿੰਦੇ ਆ ਪੁਰਸਲਾਤ ਦਾ ਪੰਥ ਹੈਗਾ ਭਾਈ। ਕਹਿੰਦੇ ਉੱਥੇ ਸੂਈ ਦੇ ਨੱਕੇ ਜਿੰਨੀ ਜਗ੍ਹਾ ਹੁੰਦੀ ਆ, ਇੰਨਾ ਪਤਲਾ ਪੁਲ ਹੈਗਾ, ਉੱਥੋਂ ਦੀ ਲੰਘਣਾ ਹੈ ਰੂਹ ਨੇ। ਜੇ ਕਾਰਨਸ਼ੀਲ ਹੈਗਾ ਤੇ ਵਾਪਸ ਗਿਆ, ਫਿਰ ਵਾਪਸ। ਪੁਰਸਲਾਤ ਕਾ ਪੰਥ ਦੁਹੇਲਾ, ਦੋਨੋਂ ਪਾਸੇ ਪੁਲ ਤੋਂ ਨਹੀਂ ਲੰਘ ਪਾਇਆ, ਦੋਨੋਂ ਪਾਸ ਥੱਲੇ ਡਿੱਗਿਆ ਤੇ 84 ਲੱਖ ਜੂਨਾਂ ਹੈਗੀਆਂ। ਦੋਜ਼ਕ ਕਹਿੰਦੇ ਆ ਮੁਸਲਮਾਨ ਉਹਨੂੰ। ਪੁਰਸਲਾਤ ਬਹੁਤ ਵਾਰੀ ਆਏਗਾ ਬਾਣੀ ਦੇ ਵਿੱਚ। ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਇਕੇਲਾ। ਉੱਥੇ ਕੋਈ ਸੰਗੀ ਸਾਥੀ ਨਹੀਂ ਆ, ਆਪਣੇ ਆਪ ਜਾਣਾ ਪਊਗਾ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਨੇੜੇ ਸਾਹਿਬ ਤੋਂ ਕੋ ਬੋਲ ਦੋ ਪਹਿਲੇ। ਦੁਖੀ ਦੁਹਾਗਨ ਦੋਏ ਪਖੀਨੀ, ਜਿਨੇ ਨਾਹ ਨਿਰੰਤਰ ਭਗਤ ਨਾ ਕੀਨੀ। ਹਾਂਜੀ ਵੀਰ ਜੀ। ਠੀਕ ਹੈ ਜੀ। ਕਹਿੰਦੇ ਕਿ ਜਿਹੜੀ ਔਰਤ ਮਤਲਬ ਕੀ ਕਰਦੀ ਹੈ, ਪੇਕੇ ਸਹੁਰੇ, ਜਿਹਨੇ ਹੁਣ ਆਪਾਂ ਨੂੰ ਚਾਂਸ ਮਿਲਿਆ ਹੋਇਆ ਹੈ ਵੀ ਆਪਾਂ ਸੁਹਾਗਵਤੀ ਹੋ ਸਕਦੇ ਹਾਂ। ਸੁਹਾਗ ਆਪਾਂ ਵਿਆਹ ਕਰਾ ਸਕਦੇ ਹਾਂ। ਕਹਿੰਦੇ ਜਿਹੜੇ ਹੁਣ ਕਹਿੰਦੇ ਅਸੀਂ ਨਹੀਂ ਵਿਆਹ ਕਰਾਉਣਾ ਹੀ ਨਹੀਂ ਹੈਗਾ, ਬਸ ਕਹਿੰਦੇ ਉਹਦੇ ਬਾਰੇ ਜਾਣਕਾਰੀ ਦੇ ਰਹੇ ਭਾਈ। ਤੂੰ ਫਿਰ ਵਿਆਹ ਨਹੀਂ ਕਰਾਏਂਗਾ, ਭਗਤੀ ਨਹੀਂ ਕਰੇਂਗਾ, ਤੇ ਦੁਨੀਆ ਦੇ ਵਿੱਚ ਜਿਹੜਾ ਹੈਗਾ, ਦੁਨੀਆ ਦੇ ਰਸ ਕਸ ਮਾਣੇਗਾ, ਦੁਨੀਆ ਦੇ ਭੋਗ ਵਿਲਾਸ, ਦੁਨੀਆ ਦੇ ਇਹਦੇ ਵਿੱਚ ਹੀ ਰਹੇਗਾ। ਤੇ ਇਹਦੇ ਨਾਲ ਕਹਿੰਦੇ ਆ ਫਿਰ ਤੂੰ ਇੱਥੇ ਇਹਦੇ ਵਿੱਚ ਸੁੱਖ ਤਾਂ ਪਾਇਆ ਨਹੀਂ ਹੈ, ਕਹਿੰਦੇ ਮਾਲਕ ਪਰਮਾਤਮਾ ਨੇ। ਇਹਦੇ ਵਿੱਚ ਜਿਹੜਾ ਹੈਗਾ ਬਿਮਾਰੀਆਂ ਪਾਈਆਂ ਹੋਈਆਂ ਆ, ਇਹਦੇ ਵਿੱਚ ਈਰਖਾ ਹੈ, ਦੁਆਸ਼ ਹੈਗਾ ਸਾਰਾ। ਇਹਦੇ ਵਿੱਚ ਜਿਹੜਾ ਹੈਗਾ ਤੈਨੂੰ ਕ੍ਰੋਧ ਆਏਗਾ ਤੇ ਚਾਂਸ ਤੇਰਾ ਚਲੇ ਜਾਣਾ। ਸਮਾਂ ਇੱਥੇ ਹਮੇਸ਼ਾ ਰਹਿ ਨਹੀਂ ਸਕਦਾ ਤੇ ਗਾਹਾਂ ਤੈਨੂੰ ਕੁਛ ਮਿਲਣਾ ਨਹੀਂ ਹੈ, ਕਿਉਂਕਿ ਗਾਹਾਂ ਫਿਰ ਜੂਨਾਂ ਟੱਕਰ ਜਾਣੀਆਂ ਤੈਨੂੰ। ਦੋਨੋਂ ਪਾਸੇ ਚਲੇਗਾ। ਇੱਥੇ ਜੋ ਕੁਛ ਵੀ ਕਮਾਇਆ ਹੈ, ਜੋ ਕੁਛ ਵੀ ਕੀਤਾ ਆ, ਜੋ ਸਾਰਾ ਦਾ ਸਾਰਾ ਇੱਥੇ ਧਰਿਆ ਰਹਿ ਜਾਏਗਾ, ਨਾਲ ਕੁਛ ਲਿਜਾ ਨਹੀਂ ਸਕੇਗਾ। ਤੇ ਦੋਨੋਂ ਪਾਸੇ ਚਲੇ ਗਏ ਭਾਈ। ਦੁਖੀ ਦੁਹਾਗਣ, ਦੁਖੀ ਵੀ ਦੁਹਾਗਣ ਵੀ ਹੋਈ ਰਹੀ ਤੇ ਦੋਨੋਂ ਪੱਖਹੀਨ ਹੋ ਗਈ। ਤੇ ਜਿਹਨੇ ਨਾਹ ਨਿਰੰਤਰ ਭਗਤ ਨਾ ਕੀਨੀ, ਆਪਣੇ ਪਤੀ ਮਾਲਕ ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਸੁਹਾਗਣ ਹੋਣ ਵਾਸਤੇ ਕੁਛ ਵੀ ਨਹੀਂ ਕੀਤਾ। ਤੇ ਗਾਹਾਂ ਫਿਰ ਪੁਰਸਲਾਤ ਕਾ ਪੰਥ ਦੁਹੇਲਾ, ਉਹ ਜਿਹੜਾ ਹੈਗਾ, ਜਿਹੜਾ ਸੂਈ ਦੇ ਨੱਕੇ ਚੋਂ ਲੰਘਣਾ ਹੈ, ਉਹ ਜਿਹੜਾ ਹੈਗਾ ਮੁਕਤ ਦੁਆਰਾ, ਉਹ ਤਾਂ ਕਹਿੰਦੇ ਆ ਬਹੁਤ ਜਿਹੜਾ ਹੈਗਾ ਉੱਥੋਂ ਲੰਘਣਾ ਬਹੁਤ ਔਖਾ, ਕਾਰਨਸ਼ੀਲ ਬਹੁਤ ਜ਼ਿਆਦਾ ਹੈਗਾ। ਸੰਗ ਨਾ ਸਾਥੀ ਗਵਨ ਇਕੇਲਾ, ਕੋਈ ਸੰਗੀ ਸਾਥੀ ਨਹੀਂ ਹੈ ਭਾਈ। ਉੱਥੇ ਤਾਂ ਕੱਲੇ ਦਾ ਫੈਸਲਾ ਹੁੰਦਾ ਹੈ, ਕੱਲੇ ਨੇ ਲੰਘਣਾ ਹੈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ, ਗੱਲ ਕਲੀਅਰ ਕਰਤੀ। ਇਹਦੇ ਦੁਖੀ ਦੁਹਾਗਣ ਦੋਏ ਪੱਖ ਹੀ ਨਹੀਂ। ਹਾਂ, ਕਹਿੰਦੇ ਆ ਕਿ ਦੋਨੋਂ ਪੱਖਾਂ ਤੋਂ ਹੀ ਰਹਿ ਗਈ ਨੇਜਾ ਸਾਹਿਬ। ਇਹ ਵੀ ਗਿਆ ਤੇ ਉਹ ਵੀ ਗਿਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹਾਂ, ਹੁਣ ਵੇਖੋ ਜਿਹਨੇ ਆ ਵੀ ਨਹੀਂ ਸਾਂਭਿਆ ਤੇ ਅਗਲਾ ਕਿੱਥੋਂ ਸਾਂਭਿਆ ਜਾਣਾ? ਉਹ ਤੇ ਰਿਜ਼ਲਟ ਆ, ਉਹ ਤੇ ਜੋ ਪੇਪਰ ਆਪਾਂ ਕਰਤਾ ਉਹਦਾ ਹੀ ਤੇ ਉੱਥੇ ਨਿਕਲਣਾ। ਹੋਰ ਉੱਥੋਂ ਕਿੱਥੋਂ ਕੁਛ ਚੇਂਜ ਥੋੜੀ ਕਿੱਦਾਂ ਹੋ ਜਾਊਗਾ? ਜੋ ਮੈਂ ਬੀਜਦਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਏ ਵਰਜਣਾ। ਉਹ ਤੇ ਕਹਿੰਦੇ ਕਿ ਜੇ ਤੂੰ ਇਹ ਵੀ ਨਹੀਂ ਸਾਂਭਿਆ ਤੇ ਉਹ ਵੀ ਨਹੀਂ ਸਾਂਭਿਆ ਜਾਣਾ, ਕਿਉਂਕਿ ਇਹਦਾ ਹੀ ਤੇ ਰਿਜ਼ਲਟ ਅੱਗੇ ਨਿਕਲ ਜਾਣਾ। ਬਿਲਕੁਲ ਸਹੀ ਗੱਲ ਹੈ। ਹਾਂ, ਤੇ ਹੁਣ ਇਹ ਜੇ ਤੇਰੀ ਜ਼ਿੰਦਗੀ ਦਾ ਮਕਸਦ ਇੱਥੇ ਪਦਾਰਥ ਆ। ਆਮ ਬੰਦਾ ਕਹਿੰਦਾ ਕਿ ਮੈਨੂੰ ਨੌਕਰੀ ਮਿਲ ਗਈ, ਬੜੀ ਵੱਡੀ ਗੱਲ ਹੋ ਗਈ। ਮੇਰੇ ਬੱਚੇ ਪੜ੍ਹ ਲਿਖ ਗਏ, ਨੌਕਰੀਆਂ ਮਿਲ ਗਈਆਂ, ਬਹੁਤ ਵੱਡੀ ਗੱਲ। ਉਹਨਾਂ ਆਪਣੇ ਕਾਰੋਬਾਰ ਖੋਲ੍ਹੇ, ਬਹੁਤ ਵੱਡੀ ਗੱਲ ਆ। ਤੇ ਜੇ ਤੇ ਆਪਾਂ ਏਦਾਂ ਵੇਖਦੇ ਆ ਤੇ ਫਿਰ ਤੇ
ਫਿਰ ਤੇ ਕਿਰਪਾ ਹੋਈ ਪਈ ਆ। ਫਿਰ ਤੇ ਜ਼ਿੰਦਗੀ ਦਾ ਮਕਸਦ ਹੀ ਸਾਡੇ ਪਦਾਰਥ ਨੇ, ਬਸ ਹੋਰ ਤੇ ਕੁਝ ਨਹੀਂ। ਰੱਬ ਰੂਪ ਦਾ ਤੇ ਨਾ ਕੋਈ ਨਾ। ਦੇਖ ਲਓ ਰਵਿਦਾਸ ਇਹ ਰੱਬ ਦਾ ਹਾਂ ਰਵਿਦਾਸ ਜੀ ਕਹਿੰਦੇ ਕਹਿੰਦੇ ਤੂੰ ਇਹੋ ਜਿਹਾ ਹੈਗਾ ਦੁਨੀਆ ਦੇ ਵਿੱਚ ਆ ਕੇ ਤੂੰ ਇਹਨੂੰ ਸਫਲਤਾ ਸਮਝ ਰਿਹਾ ਪਿਆਰਿਆ, ਤੇ ਤੂੰ ਤਾਂ ਤੇਰੇ ਵਰਗਾ ਤਾਂ ਮੂਰਖ ਨਹੀਂ ਹੈ ਕੋਈ। ਉਹ ਤੇ ਕਹਿੰਦੇ, ਉਹ ਤੇ ਕਹਿੰਦੇ ਸਰਬ ਜਗਤ ਦਾ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋ ਦੁਖੀਆ। ਉਹ ਕਿਉਂ ਨਹੀਂ ਕਹਿ ਦਿੰਦੇ ਕਿ ਬਈ ਇੱਥੇ ਸਾਰੇ ਰਾਜੇ ਬੜੇ ਸੁਖੀ ਹੈਗੇ? ਉਹਨਾਂ ਨੂੰ ਪਤਾ ਰਾਜੇ ਬਹੁਤ ਦੁਖੀ ਨੇ, ਵਿਚਾਰਿਆਂ ਨੂੰ ਨੀਂਦਾਂ ਹੀ ਨਹੀਂ ਆਉਂਦੀਆਂ ਰਾਤ ਨੂੰ। ਤੇ ਤੇਰੀ ਵੀ ਜ਼ਿੰਦਗੀ ਦਾ ਜਿਹੜਾ ਮਕਸਦ ਹੈਗਾ ਕਿਤੇ ਪਦਾਰਥ ਨਾ ਬਣਾ ਕੇ ਪੈ ਜੀ। ਤੁਹਾਨੂੰ ਇਹ ਸਮਝਾ ਰਹੇ ਬਿਲਕੁਲ, ਹਾਂ, ਕਿਉਂਕਿ ਤੇਰੀ ਜਿਹੜੀ ਮੈਜਰਮੈਂਟ ਦੀ ਜਿਹੜੀ ਟੈਕਨੀਕ ਹੈ ਉਹ ਗਲਤ ਆ। ਬਿਲਕੁਲ ਸਹੀ ਗੱਲ ਹੈ। ਲੋਕੀ ਤੈਨੂੰ ਫਾਲਸੀਫਾਈ ਆ ਮਾਇਆ ਦੇ ਵਿੱਚ, ਕਹਿੰਦੇ ਵੀ ਵਾਹ ਵੀ ਵਾਹ ਬੜਾ ਤੜਾ ਬੰਦਾ, ਬੜੀ ਵੱਡੀ ਗੱਡੀ ਜੀ, 4 ਕਰੋੜ 5 ਕਰੋੜ ਦੀ ਗੱਡੀਆਂ ਜੀ, 4 ਗੱਡੀਆਂ ਦੇ ਘਰ ਪਈਆਂ, ਇੰਨੇ ਕਿੱਲੇ ਪੈਲੀ, ਬਈ ਏਦਾਂ ਜੀ, ਬਈ ਬੜੀ ਗੱਲਬਾਤ ਆ। ਉਹ ਤੇ ਸੰਸਾਰ ਦੀ ਨਜ਼ਰ ਹੈ, ਪਰ ਅੰਦਰੋਂ ਤੇ ਬੰਦਾ ਕਿੰਨਾ ਗਰੀਬ ਹੋ ਚੁੱਕਿਆ। ਉਹ 4-5 ਕਰੋੜ ਦੀਆਂ ਗੱਡੀਆਂ ਤੇ ਲੈ ਲਈਆਂ ਉਹਨੇ, ਉਹ ਅੰਦਰੋਂ ਬੰਦਾ ਪੂਰਾ ਕੰਗਾਲ ਹੋ ਚੁੱਕਿਆ। ਇੱਕ ਮੁਰਦੇ ਨੂੰ ਸ਼ਿੰਗਾਰ ਦੋ, ਮੁਰਦੇ ਨੂੰ ਸ਼ਿੰਗਾਰੋ ਤੇ ਕੀ ਚੰਗਾ ਲੱਗੂਗਾ ਤੁਹਾਡੇ ਸਾਹਮਣੇ? ਕੋਈ ਮਰਿਆ ਬੰਦਾ ਹੈ, ਉਹਨੂੰ ਸ਼ਿੰਗਾਰ ਦੋ, ਉਹਦੇ ਗਲ 'ਚ ਹੀਰੇ ਪਾ ਦੋ, ਸੋਨਾ ਪਾ ਦੋ, ਤੇ ਤੁਸੀਂ ਕਹਿਣਾ ਹੈ ਕਿ ਗਲਤ ਕੰਮ ਕਰਨ ਦੇ। ਤੇ ਇਹ ਵੀ ਤੇ ਮੁਰਦੇ ਹੀ ਆ ਜਿਨ੍ਹਾਂ ਨੇ ਆਪਣੀ ਆਤਮਾ ਵੇਚ ਲਈ। ਹਾਂ, ਬਿਲਕੁਲ ਸਹੀ ਹੈ। ਜਿਹੜੀ ਚੀਜ਼ ਨੇ ਅੰਦਰ ਇਹ ਥੋੜੀ ਵੀ ਜਿਹੜਾ ਆਤਮਾ ਵੇਚ ਕੇ ਤੇ ਬੜਾ ਸੁਖੀ ਹੁੰਦਾ, ਉਹ ਬੰਦਾ ਬਹੁਤ ਦੁਖੀ ਹੁੰਦਾ। ਜੇ ਆਤਮਾ ਵੇਚਿਆਂ ਸੁੱਖ ਮਿਲਦੇ ਤੇ ਫਿਰ ਤੇ ਸਾਰੀ ਦੁਨੀਆ ਸੁਖੀ ਹੋ ਜਾਣੀ, ਪਰ ਨਹੀਂ। ਜਿਹੜੇ ਸੰਤ ਹੈਗੇ ਉਹਨਾਂ ਕੋਲ ਤਾਂ ਹੈ ਹੀ ਕੁਛ ਨਹੀਂ ਸੀ, ਉਹਨਾਂ ਕੋਲ ਇਕੱਲੀ ਆਤਮਾ ਹੀ ਸੀ। ਉਹਨਾਂ ਨੇ ਪਦਾਰਥ ਛੱਡਦੇ ਸੀ ਤੇ ਆਤਮਾ ਹੀ ਰੱਖ ਲਈ ਸੀ। ਇਹ ਨਹੀਂ ਕਿ ਉਹਨਾਂ ਕੋਲ ਪਦਾਰਥ ਨਹੀਂ ਸਨ, ਵਾਧੂ ਪਦਾਰਥ ਸਨ। ਕਈਆਂ ਕੋ ਵੇਖੋ ਰਾਜਾ ਜਨਕ ਸੀ, ਉਹ ਤੇ ਰਾਜਾ ਸੀ, ਪਰ ਇਹਦੇ ਬਾਵਜੂਦ ਵੀ ਉਹਦੇ ਜੀਵਨ ਦਾ ਮਕਸਦ ਪਦਾਰਥ ਤੇ ਨਹੀਂ ਸਨ ਨਾ। ਉਹ ਚਿਪਕੇ ਨਹੀਂ ਸਨ ਸੰਸਾਰ ਚ, ਜਿਹਦਾ ਕਮਲ ਦੇ ਫੁੱਲ ਵਾਂਗੂ ਜੀਵਨ ਬਤੀਤ ਕੀਤਾ। ਔਰ ਬਸ ਆਪਣਾ ਉਹਨਾਂ ਨੇ ਫਰਜ਼ ਅਦਾ ਕੀਤਾ। ਜਦੋਂ ਮੈਂ ਵੀ ਆਪਣਾ ਫਰਜ਼ ਅਦਾ ਕਰਦਾ ਪਿਆ, ਤੁਸੀਂ ਆਪਣਾ ਫਰਜ਼ ਅਦਾ ਕਰੋ, ਕਿਉਂਕਿ ਇਮਤਿਹਾਨ ਤੇ ਤੁਹਾਡਾ ਵੱਖਰਾ, ਮੇਰਾ ਵੱਖਰਾ, ਬਈ ਵੱਖੋ ਵੱਖੇ ਆਪਾਂ। ਕਿਉਂਕਿ ਤੁਸੀਂ ਇੱਕ ਅਲੱਗ ਮਕਸਦ ਲਈ ਚੱਲ ਰਹੇ ਜੋ, ਮੈਂ ਇੱਕ ਅਲੱਗ ਮਕਸਦ ਲਈ ਚੱਲ ਰਿਹਾ। ਪਰ ਜਦੋਂ ਆਪਾਂ ਬ੍ਰਹਮ ਗਿਆਨੀ ਬਣ ਜਾਵਾਂਗੇ ਫਿਰ ਤੇ ਮਕਸਦ ਇੱਕੋ ਹੀ ਰਹਿ ਗਿਆ। ਫਿਰ ਅਗਰ ਕਹਿੰਦੇ ਨੇ ਪੁਰਸਲਾਤ ਕਾ ਪੰਥ ਦੇਹਲਾ, ਕਹਿੰਦੇ ਰਸਤਾ ਬਹੁਤ ਬਰੀਕ ਹੈ ਬਈ ਉੱਥੇ, ਆਸਾਨ ਕੰਮ ਨਹੀਂ ਆ। ਪੁਰਸਲਾਤ ਦਾ ਮਤਲਬ ਕਿ ਬਹੁਤ ਬਰੀਕ ਆ, ਆਸਾਨ ਖੇਡ ਨਹੀਂ ਆ। ਜੇ ਤੇਰੇ ਕੋਲ ਕੋਈ ਐਸੀ ਚੀਜ਼ ਲੱਗੀ ਹੋਈ ਤੇ ਤੈਨੂੰ ਉਥੋਂ ਜਿਹੜਾ ਸਲਾਦ ਹੈ, ਪੁਰਸਲਾਤ ਦਾ ਉਖਾਰਾ, ਉੱਥੇ ਤੈਨੂੰ ਲੰਘਣਾ ਬਹੁਤ ਔਖਾ ਹੋ ਜਾਏਗਾ। ਉਹ ਬਿਲਕੁਲ ਸਹੀ ਹੈ। ਤੁਸੀਂ ਜਸਟ ਦੇਖੋ, ਜਦੋਂ ਆਪਾਂ ਨਿਰਵਿਚਾਰ ਸਮਾਧੀ 'ਚ ਪ੍ਰਵੇਸ਼ ਕਰਦੇ ਹਾਂ ਤੇ ਜੇਕਰ ਸਾਡੇ ਮਨ ਨੂੰ ਕੁਛ ਲੱਗਿਆ ਤੇ ਅਸੀਂ ਸਮਾਧੀ 'ਚ ਜਾ ਹੀ ਨਹੀਂ ਸਕਦੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਕੋਈ ਇੱਕ ਵੀ ਵਿਚਾਰ ਹੈਗਾ ਤੇ ਨਹੀਂ ਜਾ ਸਕਦੇ। ਆਪ ਜਸਟ ਦੇਖੋ, ਕਬੀਰ ਜੀ ਸੱਚੇ ਕਹਿੰਦੇ ਕਿ ਮਨ ਤੋਂ ਮੈਗਲ, ਮਨ ਤੋਂ ਮੈਗਲ ਹੋਏ ਰਹੇ ਹੋ, ਨਿਕਸਿਓ ਕਿਉਂ ਕਰ ਜਾਏ, ਕਿਵੇਂ ਨਿਕਲੂਗਾ ਭਾਈ। ਹਾਂ, ਤੇ ਮਨ ਦੇ ਮੈਗਲ ਦਾ ਮਤਲਬ ਕਿ ਜੇ ਤੇਰੇ ਨਾਲ ਵਿਚਾਰ ਚਿੰਬੜੇ ਹੋਏ ਆ ਤੇ ਉੱਥੇ ਤੇ ਜਗ੍ਹਾ ਹੀ ਨਹੀਂ ਹੈਗੀ। ਮਨ ਦੇ ਅੰਦਰ ਤੇ ਹੈਗਾ ਉਹ ਆਤਮਾ ਨੂੰ ਜਾਣਨ ਵਾਲਾ ਜਿਹੜਾ ਦਰਵਾਜ਼ਾ ਹੈ, ਮਨ ਦੇ ਅੰਦਰ। ਜਦ ਤੱਕ ਹਮ ਹੈਗੇ ਆ ਤੇ ਵਿਚਾਰ ਲਈ ਆਓ, ਫਿਰ ਤੇ ਉੱਥੇ ਕੜਮਾਸ ਮੱਚੀ ਆ, ਉੱਥੇ ਫਿਰ ਗੁੜ ਤੇ ਨਹੀਂ ਦਿਖਣਾ, ਮੱਖੀਆਂ ਦਿਖਣੀਆਂ ਤੁਹਾਨੂੰ। ਬਿਲਕੁਲ ਮੈਗਲ ਕਹਿ ਰਹੇ ਆ, ਕਹਿੰਦੇ ਹਾਥੀ ਬਣਿਆ ਪਿਆ ਆ, ਮਨ ਤਾਂ ਹਾਥੀ ਬਣਿਆ ਪਿਆ ਆ, ਉਹ ਕਿਵੇਂ ਲੰਘ ਜੂਗਾ ਭਾਈ? ਹਾਥੀ ਸੂਈ ਦੇ ਨੱਕੇ ਤੋਂ ਹਾਥੀ ਲੰਘਾਵਾਂਗੇ ਆਪਾਂ, ਕਿਸ ਤਰੀਕੇ ਨਾਲ? ਕੀੜੀ ਵੀ ਨਹੀਂ ਲੰਘ ਸਕਦੀ ਉੱਥੋਂ ਦਾ। ਹਾਂ ਬਿਲਕੁਲ ਠੀਕ ਹੈ। ਹੁਣ ਜਿੱਦਾਂ ਛੋਟੇ ਬੱਚੇ ਆ, ਤੁਸੀਂ ਜਾਨਵਰ ਵੇਖ ਲਓ, ਹੁਣ ਛੋਟੇ ਛੋਟੇ ਜਾਨਵਰ ਆ, ਆਪਾਂ ਉਹਨਾਂ ਨੂੰ ਲਿਆਉਂਦੇ ਨੀ ਆ, ਆਪਾਂ ਨੂੰ ਪੋਟੀ ਕਰਨਾ, ਸ਼ਿਸ਼ੂ ਕਰਨਾ ਸਾਰਾ ਸਿਖਾਉਂਦੇ ਆ। ਫਿਰ ਆਪਾਂ ਉਹਨਾਂ ਨੂੰ ਸੰਸਕਾਰ ਵੀ ਦਿੰਦੇ ਆ, ਬਈ ਇਹ ਰਿਸ਼ਤੇਦਾਰ ਨੇ ਆਪਣੇ, ਇਹ ਨੀ ਘਰਦੇ ਨੂੰ ਭੌਂਕੀ ਜਾਣਾ ਵਾ, ਘਰਦੇ ਨੂੰ ਦੰਦੀ ਵੱਢਣੀ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ। ਇਹਦਾ ਮਤਲਬ ਕਿ ਅੰਡਰ ਟ੍ਰੇਨਿੰਗ ਆ, ਉਹਨੂੰ ਆਪਾਂ ਟ੍ਰੇਨ ਕਰਦੇ ਆ, ਉਹਨੂੰ ਸਾਰੀ ਚੀਜ਼ਾਂ ਸਿਖਾਉਂਦੇ ਆ। ਉਸੇ ਤਰ੍ਹਾਂ ਆਪਾਂ ਆਪਣੇ ਬੱਚਿਆਂ ਨੂੰ ਵੀ ਟ੍ਰੇਨ ਕਰਦੇ ਆ, ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਉਂਦੇ ਆ, ਜਿਹੜੀਆਂ ਗੱਲਾਂ ਗਲਤ ਕਰਦੇ ਆ ਆਪਾਂ ਉਹਨਾਂ ਨੂੰ ਟੋਕਦੇ ਆ। ਫਿਰ ਹੌਲੀ ਹੌਲੀ ਉਹਨਾਂ ਨੂੰ ਗਿਆਨ ਵੱਧਦਾ, ਉਹਨਾਂ ਨੂੰ ਪਤਾ ਲੱਗਦਾ ਕਿ ਮੰਮੀ ਪਾਪਾ ਜਦੋਂ ਮੈਂ ਇਹ ਕੰਮ ਕਰਦਾ ਤੇ ਚੰਗਾ ਨਹੀਂ ਮੰਨਦੇ, ਲਾਈਕ ਨਹੀਂ ਕਰਦੇ, ਤੇ ਜਦੋਂ ਮੈਂ ਫਲਾਨਾ ਕੰਮ ਕਰਦਾ ਮੈਨੂੰ ਗਿਫਟ ਦਿੰਦੇ, ਮੈਨੂੰ ਚਾਕਲੇਟ ਦਿੰਦੇ। ਤੇ ਉਹ ਫਿਰ ਕੀ ਕਰਦਾ ਕਿ ਉਹਦੇ ਮਨ 'ਚ ਉਤਸ਼ਾਹ ਪੈਦਾ ਹੁੰਦਾ। ਕੁੱਤੇ ਵਾਂਗੂ, ਕੁੱਤੇ ਨੂੰ ਜਿੱਦਾਂ ਆਪਾਂ ਟ੍ਰੇਨਿੰਗ ਦਿੰਦੇ ਆ, ਬਿੱਲੀਆਂ ਬੁੱਲੀਆਂ ਨੂੰ ਲੋਕੀ ਟ੍ਰੇਨਰ ਜੇ ਨਹੀਂ ਹੁੰਦੇ, ਦੇਖੋ ਕਿੱਦਾਂ ਉਹਨਾਂ ਨੂੰ ਲਾਲਚ ਦਿੰਦੇ ਨੇ ਕਿ ਜੋ ਕੁੱਤਾ ਵਧੀਆ ਕੰਮ ਕਰਦਾ ਉਹਨੂੰ ਟਰੋਫੀ ਟੂਫੀ ਦੇ ਦਿੰਦੇ ਆ, ਜੋ ਵੀ ਉਹ ਖਾਂਦਾ। ਤੇ ਉਹ ਫਿਰ ਉਹਦੇ ਮਨ 'ਚ ਇੱਕ ਜਿਗਿਆਸਾ ਜਾਗਦੀ ਹੈ ਕਿ ਚੰਗਾ ਕੰਮ ਕਰਦਾ ਤੇ ਮੈਨੂੰ ਐਪਰੀਸ਼ੀਏਸ਼ਨ ਮਿਲਦੀ ਹੈ। ਫਿਰ ਉਹ ਕੰਮ ਕਰਦਾ, ਉਹ ਕਹਿੰਦਾ ਵੀ ਬਹਿ ਜਾ, ਉਹ ਬਹਿ ਜਾਂਦਾ, ਉਹ ਕਹਿੰਦਾ ਖਲੋ ਜਾ, ਉਹ ਖਲੋ ਜਾਂਦਾ, ਉਹ ਕਹਿੰਦਾ ਚੀਜ਼ ਛੁੱਟੀ ਜਾਂ ਫੜ ਕੇ ਲਿਆ, ਉਹ ਫੜ ਕੇ ਲਿਆਉਂਦਾ। ਤੇ ਸੋ ਕਹਿਣ ਤੋਂ ਭਾਵ ਹੈ ਕਿ ਜਿੱਥੇ ਤੱਕ ਆਪਾਂ ਇੱਕ ਜਾਨਵਰ ਨੂੰ ਟ੍ਰੇਨ ਦੇ ਸਕਦੇ ਹਾਂ, ਟ੍ਰੇਨਿੰਗ ਕਰ ਸਕਦੇ ਹਾਂ, ਇੱਥੋਂ ਇਹ ਚੀਜ਼ ਸਿੱਖ ਸਕਦੇ ਹਾਂ ਕਿ ਆਪਾਂ
ਆਪਣੇ ਬੱਚਿਆਂ ਨੂੰ ਵੀ ਟ੍ਰੇਨ ਕਰ ਸਕਦੇ ਹਾਂ ਤੇ ਆਪਣੇ ਆਪ ਨੂੰ ਵੀ ਟ੍ਰੇਨ ਕਰ ਸਕਦੇ ਹਾਂ। ਕੋਈ ਬੰਦਿਸ਼ ਨਹੀਂ ਹੈਗੀ ਕਿ ਆਪਾਂ ਇੱਕ ਪੁਰਾਣੀ ਟੇਬਰ ਕੱਟ ਪਾ ਕੇ ਤੇ ਉਹਦੇ ਨਾਲ ਠੇਕਾ ਲਿਆ ਹੋਇਆ ਕਿ ਸਾਰੀ ਜ਼ਿੰਦਗੀ ਉਹ ਸੜੇ ਗਾਣੇ ਲਾ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਤੇ ਉਹੀ ਕੈਸਟ ਦੇ ਨਾਲ ਜੀਵਨ ਬਤੀਤ ਕਰਨਾ ਹੈ। ਇਹ ਸਾਡੀ ਮਰਜ਼ੀ ਆ, ਅਸੀਂ ਕੀ ਗਾਣਾ ਪਲੇ ਕਰਨਾ ਚਾਹੁੰਦੇ ਆ। ਜਿੱਦਾਂ ਟੀਵੀ ਦਾ ਰਿਮੋਟ ਸਾਡੇ ਹੱਥ 'ਚ ਆ, ਜਿਹੜਾ ਮਰਜ਼ੀ ਚੈਨਲ ਲਾ ਲਓ ਤੇ ਬਸ ਉਹ ਤੇ ਆਪਣਾ ਇਹ ਸਾਡਾ ਆਪਣਾ ਵਾ ਜੀਵਨ। ਹੁਣ ਇੱਥੇ ਉਹ ਕਹਿੰਦੇ ਨੇ ਕਿ ਜੇ ਤੇ ਤੂੰ ਪ੍ਰਮਾਤਮਾ ਨਾਲ ਰਹਿਣਾ ਚਾਹੁੰਦਾ ਤੇ ਉੱਤੇ ਲਿਖਿਆ ਉਹਨਾਂ ਨੇ ਉੱਪਰ ਤੇ ਲਿਖਿਆ ਤੇ ਫਿਰ ਕਹਿੰਦੇ ਸੁੱਖ ਮਾਣੇਗਾ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਆ। ਹਾਂ, ਕਹਿੰਦੇ ਕਿ ਤੇਰੀ ਮਰਜ਼ੀ ਆ, ਤੂੰ ਕੀ ਕਰਨਾ ਵਾ ਜਾਂ ਤੂੰ ਦੋਵਾਂ ਪੱਖਾਂ ਚੋਂ ਕਿੱਧਰ ਜਾਣਾ ਵਾ। ਜੇ ਤੂੰ ਇੱਧਰਲਾ ਸੁਧਾਰ ਲਿਆ ਤੇ ਅਗਲਾ ਵੀ ਤੇਰਾ ਸੁਧਰ ਜੂਗਾ। ਜਿੰਨੇ ਹੁਣ ਮੇਰੇ ਵਰਗੇ ਨੇ ਇੱਥੇ ਲੰਮੀਆਂ ਤਾਣੀਆਂ ਨੇ, ਹੁਣ ਮੈਂ ਕੋਈ ਕੰਮ ਨਹੀਂ ਕਰਦਾ, ਪੜ੍ਹਾਈ ਨਹੀਂ ਕਰਦਾ ਤੇ ਕੀ ਮੈਂ ਐਕਸਪੈਕਟ ਕਰਦਾ ਕਿ ਅੱਜ ਤੋਂ 5 7 10 ਸਾਲਾਂ ਬਾਅਦ ਮੇਰੇ ਜੀਵਨ 'ਚ ਕੋਈ ਉਚਾਈ ਆਵੇਗੀ? ਨਾ ਆਊਗੀ ਜਦੋਂ ਮੈਂ ਕੰਮ ਹੀ ਕੋਈ ਨਹੀਂ ਕੀਤਾ। ਦੋਨੋਂ ਪਾਸੇ ਚਲੇ ਜਾਣੇ ਆ, ਇੱਧਰ ਵੀ ਚਲਾ ਗਿਆ ਤੇ ਗਾਹਾਂ ਕੁਝ ਮਿਲਣਾ ਨਹੀਂ। ਗਾਹਾਂ ਤਾਂ ਇਹਦੀ ਆਊਟਪੁੱਟ ਹੈਗੀ ਆ, ਉਹ ਵੀ ਗਈ। ਹਾਂ, ਜੇ ਆਪਾਂ ਕੁਝ ਬੀਜਣਾ ਵਾ ਨਾ, ਹੁਣ ਜੋ ਵੀ ਤੁਸੀਂ ਕਹਿੰਦਾ ਸੀ ਕਿ ਕਹਿੰਦਾ ਇੱਕ ਤਾਂ ਹੁੰਦਾ ਭੂਤ ਕਾਲ, ਇੱਕ ਹੁੰਦਾ ਵਰਤਮਾਨ ਕਾਲ ਤੇ ਇੱਕ ਹੁੰਦਾ ਭਵਿੱਖ ਕਾਲ। ਕਹਿੰਦਾ ਜਿਹੜਾ ਆਉਣਾ ਵਾ ਉਹਦੇ ਬਾਰੇ ਕੋਈ ਗਰੰਟੀ ਨਹੀਂ ਆ ਕੀ ਆਉਣਾ, ਤੇ ਕਹਿੰਦਾ ਜਿਹੜਾ ਬੀਤ ਗਿਆ ਉਹਦੇ ਬਾਰੇ ਵੀ ਕੁਝ ਨਹੀਂ ਕੀਤਾ ਜਾ ਸਕਦਾ। ਪਰ ਕਹਿੰਦਾ ਤੂੰ ਵਰਤਮਾਨ ਕਾਲ ਨੂੰ ਫੜ ਲਾ, ਇਹ 'ਚ ਸਹੀ ਕੁਝ ਕਰਨਾ ਸ਼ੁਰੂ ਕਰ ਦੇ। ਇਹੋ ਹੀ ਜਿਹੜਾ ਤੇਰਾ ਹੁੰਦਾ ਚੰਗਾ ਕੀਤਾ, ਤੇਰਾ ਭੂਤ ਕਾਲ ਆਪਣੇ ਆਪ ਹੀ ਚੰਗਾ ਹੋ ਜਾਣਾ। ਤੇ ਜਿਹੜਾ ਕੰਮ ਜੇ ਤੂੰ ਭੂਤ ਕਾਲ 'ਚ ਕੋਈ ਕੰਮ ਚੰਗਾ ਕੀਤਾ ਵਾ ਤੇ ਵਰਤਮਾਨ ਕਾਲ ਉਹਦੇ ਬੇਸ ਤੇ ਆਪਣੇ ਆਪ ਠੀਕ ਹੋ ਜਾਣਾ ਵਾ। ਉਹ ਨਹੀਂ ਤਾਂ ਉਹਦੀ ਤਾਂ ਆਊਟਪੁੱਟ ਉਹਦਾ ਹੀ ਤਾਂ ਫਾੜਾ ਜਾਣਾ ਹੈ, ਉਹ ਫਲੀਭੂਤ ਹੋ ਜਾਣਾ ਹੈ ਫਿਰ। ਹਾਂ, ਤੇ ਉਹਦੀ ਮਰਜ਼ੀ ਸਾਡੀ ਆ, ਅਸੀਂ ਕੀ ਕਰਨਾ ਚਾਹੁੰਦੇ ਹਾਂ। ਤਾਂ ਇੱਥੇ ਆਪਾਂ ਇਹ ਚੀਜ਼ ਨੂੰ ਸਮਝੀਏ ਕਿ ਕਹਿੰਦੇ ਕਿ ਜਿਨ੍ਹਾਂ ਨੇ ਜ਼ਿੰਦਗੀ 'ਚ ਭਗਤੀ ਕੀਤੀ ਹੈ ਤੇ ਉਹ ਤੇ ਪੁਰਸਲਾਤ ਉਹਨਾਂ ਨੂੰ ਕੀ ਪ੍ਰੋਬਲਮ ਹੈ। ਹੁਣ ਜਿਹੜਾ ਪੜ੍ਹਿਆ ਲਿਖਿਆ ਉਹਨੂੰ ਭਾਵੇਂ ਅਲਜਬਰੇ ਦਾ ਸਵਾਲ ਦੇ ਦਿਓ, ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ ਜੀ। ਤੇ ਜਿਹੜਾ ਮੇਰੇ ਕੋਲ ਸਕੂਲ ਹੀ ਨਹੀਂ ਗਿਆ ਉਹਨੂੰ ਤੇ ਮਾਈਨਸ ਪਲੱਸ ਵੀ ਮੁਸ਼ਕਲ ਹੋ ਜਾਣੀ ਹੈ। ਇਸ ਕਰਕੇ ਆਪਾਂ ਨੂੰ ਵਿਚਾਰ ਕਰਨ ਦੀ ਲੋੜ ਹੈ। ਸੰਗ ਨਾ ਸਾਥੀ ਗਵਨ ਅਕੇਲਾ। ਕਹਿੰਦੇ ਕਿ ਤੇਰੀ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਨਾ, ਤੂੰ ਭੀੜ ਦੇ ਨਾਲ ਤੁਰਿਆ ਫਿਰਦਾ ਵਾ। ਹੁਣ ਤੂੰ ਮਾੜਾ ਜਿਹਾ ਹਸਪਤਾਲ ਜਾਣਾ ਤੇ ਤੇਰੇ ਹੋ ਸਕਦਾ ਕਿ ਸਗੇ ਸੰਬੰਧੀ ਬੜੇ ਭੱਜੇ ਆਉਂਦੇ, ਬਿਸਕੁਟ ਲੈ ਕੇ, ਕੋਈ ਸੇਬ ਲੈ ਕੇ ਤੁਰਿਆ ਆਉਂਦਾ, ਕੋਈ ਮਸੰਮੀਆਂ ਲੈ ਕੇ ਤੁਰਿਆ ਆਉਂਦਾ ਵਾ, ਪਰ ਉੱਥੇ ਕੰਮ ਨਹੀਂ ਬਣਨਾ, ਤੈਨੂੰ ਇਕੱਲੇ ਨੂੰ ਜਾਣਾ ਪੈਣਾ। ਇਹੋ ਤੇ ਪ੍ਰਕਿਰਤੀ ਦਾ ਵਿਧਾਨ ਹੈਗਾ। ਦੇਖਿਆ ਨੀ ਤੁਸੀਂ ਜਿਹੜੇ ਬੰਦੇ ਮਰਨ ਦੇ ਕਿਨਾਰੇ ਪਏ ਹੁੰਦੇ ਆ, ਕਿੰਨਾ ਖੌਫ ਹੁੰਦਾ ਉਹਨਾਂ ਦੇ ਚਿਹਰੇ। ਕਹਿੰਦੇ ਪਰੇ ਹੋ ਜਾਓ, ਮੈਨੂੰ ਸਾਹ ਆਉਣ ਦਿਓ, ਸਾਹ ਰੋਕਤਾ ਤੁਸੀਂ ਮੇਰਾ। ਉਹ ਸਾਹ ਤੇ ਰੁਕ ਗਿਆ, ਮਗਰੋਂ ਹੀ ਰੁਕ ਗਿਆ ਤੇ ਇਹਨੇ ਚਾਰੇ ਨੇ ਕਿੱਥੋਂ ਰੋਕਣਾ। ਪਰ ਉਹ ਜਦੋਂ ਟਾਈਮ ਆਉਂਦਾ ਫਿਰ ਉੱਥੇ ਜਦੋਂ ਇਕੱਲਾ ਬੰਦਾ ਜਾਂਦਾ ਤੇ ਪਰ ਉਦੋਂ ਬੰਦੇ ਨੂੰ ਪਤਾ ਲੱਗਦਾ ਕਿ ਮੇਰੇ ਪੱਲੇ ਵੀ ਕੁਝ ਹੈਗਾ। ਮੈਂ ਕੋਈ 10-20 ਮਿੰਟ ਇੱਧਰ ਵੀ ਲਾਏ ਸੀ ਤੇ ਜੇ ਨਹੀਂ ਲਾਏ ਤੇ ਫਿਰ ਉਹ ਅਕੇਲਾ ਜਾਵਾਂਗੇ ਤੇ ਫਿਰ ਉਹ ਚੰਗੀ ਚੀਜ਼ ਤੇ ਹੈ ਕੋਈ ਨਾ। ਇਹ ਤੇ ਸ਼ੁਰੂਆਤ ਹੈ, ਇਹ ਤੇ ਆਖਰੀ ਪੌੜੀ ਹੈ। ਇਹ ਤੋਂ ਫੇਰ ਥੱਲੇ ਜਾਣਾ ਤੇ ਜੇ ਮੇਰੇ ਪੱਲੇ ਹੀ ਕੁਝ ਨਹੀਂ ਹੈਗਾ, ਮੈਂ ਹੁਣ ਕੀ ਕੀਤਾ। ਮੈਂ ਜ਼ਿੰਦਗੀ ਦਾ ਮਕਸਦ ਹੀ ਪਦਾਰਥ ਆ, ਕੋਈ ਨੌਕਰੀ ਲੈਣੀ, ਘਰ-ਬਾਰ ਬਣਾਉਣਾ, ਗੱਡੀਆਂ 'ਚ ਘੁੰਮਣਾ, ਲੋਕਾਂ ਤੇ ਰੋਹਬ ਜਮਾਉਣਾ ਕਿ ਮੈਂ ਫਲਾਨਾ ਅਫਸਰ ਹੈ, ਮੈਂ ਫਲਾਨਾ ਟਿਮਕਾ। ਫਿਰ ਤੇ ਮੇਰੀ ਜ਼ਿੰਦਗੀ ਦਾ ਮਕਸਦ ਤੇ ਬਹੁਤ ਛੋਟਾ ਜਿਹਾ ਹੋਇਆ। ਹਾਂ, ਜੇਕਰ ਮੇਰਾ ਜ਼ਿੰਦਗੀ ਦਾ ਮਕਸਦ ਹੈ ਕਿ ਜੋ ਜੌਬ ਮਿਲੀ, ਜੋ ਮੈਨੂੰ ਨੌਕਰੀ ਮਿਲੀ, ਜੋ ਪੈਸਾ ਮਿਲਿਆ, ਮੈਂ ਲੋਕਾਂ ਲਈ ਕੀ ਕੀਤਾ ਹੈ, ਇਹ ਮੈਂ ਸੰਸਾਰ ਨੂੰ ਕੀ ਦੇ ਕੇ ਚੱਲਿਆ। ਦੇਖੋ, ਜਿਹੜੇ ਰੁੱਖ ਦੀ ਛਾਂ ਨਹੀਂ ਜਿਹਨੇ ਹੈਗੀ, ਉਹ ਰੁੱਖ ਤੇ ਕਿਸੇ ਕੰਮ ਦਾ ਹੀ ਨਹੀਂ ਹੈਗਾ। ਉਹ ਕਹਿੰਦਾ ਰੁੱਖ ਕਾਹਦਾ, ਨਾ ਉੱਥੇ ਕਿਸੇ ਨੇ ਜਾਣਾ, ਨਾ ਗੱਲ ਨਾ ਬਾਤ, ਜਿਹੜਾ ਸੁੱਕੀਆਂ ਡਾਣੀਆਂ। ਜਿਹੜਾ ਬੰਦਾ ਆਪਣੇ ਲਈ ਜੀਵਨ ਬਤੀਤ ਕਰ ਗਿਆ, ਉਹ ਬੰਦਾ ਕਾਹਦਾ। ਪਰ ਇਹ ਨਹੀਂ ਹੈ ਕਿ ਤੁਸੀਂ ਇੱਥੇ ਦਾਨ ਕਰਨ ਡੈ ਪੋ, ਘਰ-ਬਾਰ ਵੇਚ ਦਿਓ, ਉਹ ਨਹੀਂ ਮੈਂ ਕਹਿੰਦਾ। ਮੈਂ ਕਹਿੰਦਾ ਕਿ ਜੀਵਨ ਦਾ ਮਤਲਬ ਹੈ ਕਿ ਕਮ ਸੇ ਕਮ ਲੋਕਾਂ ਦਾ ਨਾ ਖੋ। ਦਾਨ ਕਰਨ ਦੀ ਲੋੜ ਹੀ ਨਹੀਂ ਹੈ। ਆਹ ਲੋਕ ਜਿਹੜੇ ਦਾਨ ਕਰਦੇ ਫਿਰਦੇ ਆ ਤੇ ਚੋਰ ਹੈਗੇ, ਠੱਗ ਹੈਗੇ ਲੋਕ। ਜਦੋਂ ਲੋਕਾਂ ਦਾ ਹੱਕ ਤੁਸੀਂ ਲੋਕਾਂ ਨੂੰ ਦੇਈ ਜਾਓਗੇ ਤੇ ਉਹਨਾਂ ਨੂੰ ਤੁਹਾਨੂੰ ਕੀ ਲੋੜ ਪਈ ਉਹਨਾਂ ਨੂੰ ਦਾਨ ਦੇਣ ਦੀ, ਉਹਨਾਂ ਆਪੇ ਕਮਾਈ ਕਰਕੇ ਲੈ ਲੈਣੇ। ਇਹ ਨੇ ਜੀ ਸਾਹਿਬ? ਬਿਲਕੁਲ। ਜਦੋਂ ਆਪਾਂ ਕਿਸੇ ਦਾ ਹੱਕ ਖਾ ਲੈਂਦੇ ਆ ਤੇ ਮੁੜ ਕੇ ਫਿਰ ਉਹ ਅੰਦਰੋਂ ਆਵਾਜ਼ ਆਉਂਦੀ ਆ, ਫਿਰ ਬੰਦਾ ਦਾਨ ਕਰਦਾ ਜਾ ਕੇ। ਇਹ ਅਮੀਰ ਲੋਕ ਜਿਹੜੇ ਵੇਖੋ ਨਾ, ਜਿਹੜੇ ਲੋਕ ਗਰੀਬਾਂ ਦੇਸ਼ਾਂ 'ਚ ਲੋਕ ਅਮੀਰ ਦਾਨ ਕਰਦੇ, ਡੋਨੇਸ਼ਨ ਕਰਦੇ ਆ, ਅਸਲ 'ਚ ਉਹ ਦਾਨ ਵੀ ਉਹੀ ਕਰਦੇ ਕਿ ਆਪਣੀ ਨਾ ਅੰਦਰੋਂ ਆਵਾਜ਼ ਆਉਂਦੀ, ਉਹਨੂੰ ਬਚਾਉਣਾ ਚਾਹੁੰਦੇ ਕਿ ਮੈਂ ਧਾਰਮਿਕ ਹੈਗਾ। ਉਹ ਤਾਂ ਪਤਾ ਲੱਗਦਾ ਨਾ ਕਿ ਇਕੱਠੀ ਤੇ ਕਰ ਲਈ ਹੈ, ਤੇਰੀ ਤੇ ਹੈ ਨਹੀਂ ਹੈ, ਲੋਕਾਂ ਦੀ ਹੈ, ਹਨਾ? ਬਿਲਕੁਲ। ਹੁਣ ਵੇਖੋ ਇੱਥੋਂ ਆਪਣੇ ਪੰਜਾਬ ਦੀ ਕਿੱਦਾਂ ਰੇਤਾ ਰੋਤਾ ਵੇਚੀ ਜਾਂਦੇ ਨੇ
ਤੇ ਉਹ ਚੋਰੀ ਕਰੀ ਜਾਂਦੇ ਨੇ ਲੋਕੀ, ਕੋਈ ਕੁਝ ਕਰੀ ਜਾਂਦਾ ਹੈ, ਪਰ ਅੰਦਰੋਂ ਆਵਾਜ਼ ਤੇ ਆਉਂਦੀ ਹੈ ਨਾ ਕਿ ਇਹ ਮੇਰੀ ਨਹੀਂ ਹੈਗੀ। ਪਰ ਇਹਨਾਂ ਨੇ ਕੀਤਾ, ਆਪਣਾ ਜ਼ਮੀਰ ਮਾਰ ਦਿੱਤਾ ਹੈ। ਜਿੰਨਾ ਜ਼ਮੀਰ ਮਾਰਦਾ ਹੈ, ਕਹਿੰਦੇ ਜਿੰਨੇ ਲਾਈ ਲੋਈ ਉਹਦਾ ਕੀ ਕਰੂਗਾ ਕੋਈ। ਪਰ ਪ੍ਰਕਿਰਤੀ ਏਦਾਂ ਮਾਫ ਨਹੀਂ ਕਰਦੀ। ਉਹ ਬੇਸ਼ੱਕ ਉਹ ਸਾਨੂੰ ਰੌਲਾ ਤੇ ਨਹੀਂ ਪਾਉਂਦੀ, ਪਰ ਉਹ ਜਦੋਂ ਉਹਦਾ ਕਾਇਦੇ ਕਾਨੂੰਨ ਚ ਆਪਾਂ ਜਦੋਂ ਜਾਂਦੇ ਹਾਂ ਤੇ ਫਿਰ ਬੜੇ ਬੜੇ ਬੰਦੇ ਮੈਂ ਵੇਖ ਕੇ ਵਿਚਾਰੇ, ਪਰ ਬਹੁਤ ਉਹਦਾ ਜਿਹੜਾ ਵੇਲਣਾ ਨਾ ਉਹ ਬਹੁਤ ਆ ਖਤਰਨਾਕ, ਉਹ ਬਹੁਤ ਬਰਾਬਰ ਪਿੰਜਦਾ ਹੈ। ਫਿਰ ਉਹਦੇ ਚ ਫਸ ਜਾਂਦਾ ਦਾਣਾ ਤੇ ਫਿਰ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਕਿਉਂਕਿ ਪ੍ਰਕਿਰਤੀ ਨੇ ਤੇ ਉਹ ਪ੍ਰਕਿਰਤੀ ਤੇ ਕਹਿੰਦੀ ਆ ਕਿ ਤੂੰ ਖੁਦ ਮਾਲਕ ਹੈਗਾ, ਪਰ ਜੋ ਤੂੰ ਬੀਜਿਆ ਨਾ ਇਹ ਸਰੀਰ ਰੂਪੀ ਖੇਤ ਚ, ਉਹਨੇ ਉਗਣਾ ਜ਼ਰੂਰੀ। ਧਿਆਨ ਨਾਲ ਬੀਜ, ਐਵੇਂ ਨਾ ਅੱਖਾਂ ਬੰਦ ਕਰਕੇ ਬੀਜੀ ਜਾ, ਕਿਉਂਕਿ ਇਹ ਚੀਜ਼ ਤੈਨੂੰ ਖਾਣੀ ਪੈਣੀ ਆ। ਹੁਣ ਤੁਸੀਂ ਵੇਖੋ, ਕਹਿੰਦਾ ਕਿ ਘਰੇ ਤੂੰ ਕਣਕ ਲਿਆ, ਕੋਈ ਗੱਲ ਨੀ ਆ, ਕੋਈ ਪੱਥਰਾਂ ਵਾਲੀ ਕਣਕ ਚੁੱਕੀ ਲਿਆਉਂਦੇ ਆ ਵਾ, ਖਾਣੀ ਪੈਣੀ ਆ ਤੈਨੂੰ। ਇਸ ਕਰਕੇ ਬਾਈ ਕਰਨ ਤੋਂ ਪਹਿਲਾਂ ਧਿਆਨ ਨਾਲ ਪਰਚੇਜ ਕਰ। ਜਿਹੜੀ ਸ਼ਾਪਿੰਗ ਕਰ ਰਿਹਾ ਨਾ, ਅੱਖਾਂ ਬੰਦ ਕਰਕੇ ਏਦਾਂ ਨਾ ਕਰ, ਕਿਉਂਕਿ ਇਹ ਜੋ ਵੀ ਤੂੰ ਕਰ ਰਿਹਾ ਅਮਿਟ ਹੈਗਾ ਹੀ, ਮੁਸ਼ਕਿਲ ਹੋ ਜਾਏਗੀ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ। ਹੁਣ ਦੇਖ ਲਓ ਭਾਈ, ਪਹਿਲਾਂ ਮਹਾਰਾਜ ਨੇ ਕਬੀਰ ਜੀ ਆਪਣੇ ਇਹਨਾਂ ਨੇ ਰਵਿਦਾਸ ਜੀ ਨੇ ਦੱਸਿਆ ਹੈ ਵੀ ਸੁਹਾਗਣ ਹੋਣ ਦਾ ਫਾਇਦਾ ਦੱਸਿਆ ਹੈ ਭਾਈ, ਸੁਹਾਗਣ। ਅਤੇ ਫਿਰ ਦੱਸਿਆ ਹੈ ਬਈ ਬਾਲ ਤੇਰੇ ਕੋਟ 'ਚ ਆ, ਚਾਂਸ ਤੈਨੂੰ ਮਿਲਿਆ ਹੋਇਆ ਹੈ ਸੁਹਾਗਣ ਹੋਣ ਦਾ। ਜੇ ਸੁਹਾਗਣ ਹੋਣਾ ਚਾਹੁੰਦਾ ਹੈ ਤੇ ਠੀਕ ਹੈ, ਚਾਹੁੰਦੀ ਆ ਤੇ ਠੀਕ ਆ, ਨਹੀਂ ਤਾਂ ਤੇਰੀ ਮਰਜ਼ੀ ਆ ਭਾਈ। ਨਹੀਂ ਸੁਹਾਗਣ ਹੋਣਾ ਚਾहेंगी ਤੇ ਆਹ ਲੋਕ ਪਰਲੋਕ ਦੋਨੋਂ ਚਲੇ ਜਾਣਗੇ। ਹੁਣ ਚੌਥਾ ਬੰਦ ਆ ਗਿਆ, ਤੀਸਰਾ ਬੰਦ। ਇਹਦੇ ਵਿੱਚ ਜਿਹੜੇ ਹੈਗੇ ਹੁਣ ਜੇ ਉਹਨਾਂ ਦੇ ਬਾਰੇ ਆਇਆ ਕਿ ਜਿਨ੍ਹਾਂ ਨੇ ਮੰਨ ਲਿਆ ਵੀ ਅਸੀਂ ਸੁਹਾਗਣ ਹੋਣਾ ਚਾਹੁੰਦੀਆਂ ਆ, ਜਿਹੜੇ ਭਗਤੀ ਕਰਨਾ ਚਾਹੁੰਦੇ ਆ, ਜਿਨ੍ਹਾਂ ਨੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਆ, ਆਪਾਂ ਜਿਹੜੇ ਵਿਚਾਰ ਕਰ ਰਹੇ ਹਾਂ ਆਪਣੇ ਵਾਸਤੇ। ਹੁਣ ਜਿਹੜਾ ਤੀਸਰਾ ਬੰਦ ਆ ਗਿਆ, ਦੁਖੀਆ ਦਰਦਵੰਦ ਦਰ ਆਇਆ। ਕਹਿੰਦੇ ਇੱਥੇ ਜਿਹੜਾ ਹੈਗਾ ਭਾਈ, ਉਹ ਮਾਲਕ ਦੀ ਚੱਲਣੀ ਆ, ਪਤੀ ਦੀ ਚੱਲਣੀ ਆ, ਪਤੀ ਦੀ ਚੱਲਣੀ ਆ। ਪਤੀ ਨੇ ਸੁਹਾਗ ਨੇ ਆਉਣਾ ਹੈ ਆਪਣੇ ਕੋਲ। ਆਪਾਂ ਨੇ ਸਿਰਫ ਜਿਹੜਾ ਹੈਗਾ, ਆਪਾਂ ਨੇ ਸੁਹਾਗਵਤੀ ਹੋਣ ਦੇ ਵਾਸਤੇ ਉਪਰਾਲਾ ਕਰਨਾ ਆ। ਅੱਗੇ ਉਹ ਸੁਹਾਗ ਨੇ ਦੇਖਣਾ ਹੈ ਭਾਈ, ਇਹਨੇ ਸਾਰੇ ਗੁਣ ਆ ਗਏ ਇਹਦੇ ਅੰਦਰ, ਸੁਹਾਗਣ ਦੀਆਂ ਨਿਸ਼ਾਨੀਆਂ ਹੈਗੀਆਂ ਇਹਦੇ ਕੋਲ। ਦੁਖੀਆ ਦਰਦਵੰਦ ਦਰ ਆਇਆ। ਰਵਿਦਾਸ ਜੀ ਕਹਿ ਰਹੇ ਆ ਭਾਈ, ਮੈਂ ਤਾਂ ਉਹਦੇ ਦਰ 'ਤੇ ਬੈਠਾ ਹੈ, ਦੁਖੀ ਹੈਗਾ, ਦਰਦ ਆ ਮੈਨੂੰ। ਉਹ ਦਰਦਵੰਦ ਹੈਗਾ। ਦਰਦਵੰਦ ਕੌਣ ਹੁੰਦਾ? ਜਿਹੜਾ ਦਰਦ ਜਿਹੜਾ ਦੂਰ ਕਰਦਾ। ਕਹਿੰਦੇ ਮੈਂ ਤਾਂ ਭਾਈ ਦੁਖੀ ਆਇਆ, ਮੈਂ ਦਰਦਵੰਦ ਆ, ਤੇਰੇ ਦਰ ਦੇ ਉੱਤੇ ਆ ਗਿਆ ਹੈ। ਕੀ ਚਾਹੀਦਾ ਹੈ? ਕਹਿੰਦੇ ਮੈਨੂੰ ਤੂੰ ਚਾਹੀਦਾ ਹੈ, ਮੈਨੂੰ ਸੁਹਾਗ ਚਾਹੀਦਾ ਹੈ, ਤੂੰ ਚਾਹੀਦਾ ਹੈ ਮੈਨੂੰ। ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿੰਦੇ ਬਹੁਤ ਖਿੱਚਿਆ ਮਾਲਕਾ, ਕੋਈ ਤੇਰੇ ਵੱਲੋਂ ਕੋਈ ਜਵਾਬ ਨਹੀਂ ਆ ਰਿਹਾ। ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਹੇ ਮੇਰੇ ਮਾਲਕਾ, ਰਵਿਦਾਸ ਜੀ ਆਪਣੇ ਮਨ ਨੂੰ ਕਹਿ ਰਹੇ ਆ। ਕਹਿੰਦੇ ਮੇਰੇ ਮਨਾ, ਬਸ ਬੇਨਤੀ ਕਰੀ ਜਾ, ਅਭਿਆਸ ਕਰੀ ਜਾ, ਮਾਲਕ ਦੀ ਬੰਦਗੀ ਕਰੀ ਜਾ। ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਉਹਦੀ ਸ਼ਰਨ ਦੇ ਵਿੱਚ ਮਾਲਕ ਦੇ ਅੱਗੇ ਬੇਨਤੀ ਕਰ, ਮਾਲਕਾ ਮੈਂ ਤੇਰੀ ਸ਼ਰਨ ਦੇ ਵਿੱਚ ਹੈਗਾ ਹੈ। ਬਸ ਉਹਨੂੰ ਜਿਹੜਾ ਹੈਗਾ ਦਰ ਦੇ ਉੱਤੇ ਚਲੇ ਜਾ, ਆਪਣੇ ਆਪ ਪਤਾ ਲੱਗ ਜੂਗਾ ਮਾਲਕ ਨੂੰ ਬਈ ਭਿਖਾਰੀ ਰੋਜ਼ ਆ ਜਾਂਦਾ ਹੈ, ਰੋਜ਼ ਆ ਜਾਂਦਾ ਹੈ। ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਜਿਵੇਂ ਵੀ ਮਾਲਕਾ ਤੈਨੂੰ ਚੰਗਾ ਲੱਗਦਾ ਹੈ, ਜਦੋਂ ਚੰਗਾ ਲੱਗਦਾ ਹੈ ਉਦੋਂ ਆ ਮਨੁੱਖ ਜੂਨ ਦਿੱਤੀ ਆ ਸਮਾਂ ਨਾ ਲੰਘ ਜੇ ਕਿਤੇ, ਇਹਦੇ ਵਿੱਚ ਹੀ ਜਿਹੜਾ ਹੈਗਾ ਮੇਰੀ ਜਿਹੜੀ ਹੈਗੀ ਗਤ ਕਰ ਦੇ, ਮੈਨੂੰ ਸੁਹਾਗਵਤੀ ਕਰ ਦੇ। ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਦੁਖੀਆ ਦਰਦਵੰਦ ਮਤਲਬ ਜਿਹੜਾ ਹੈਗਾ ਜਿਹਨੇ ਦਰਦ ਦੂਰ ਕਰਨਾ ਹੈ, ਉਹਨੂੰ ਦਰਦਵੰਦ ਕਹਿੰਦੇ। ਕਹਿੰਦੇ ਕਿ ਮੈਂ ਪਰਮਾਤਮਾ ਤੁਹਾਡੀ ਸ਼ਰਨ ਚ ਆਇਆ, ਤੁਸੀਂ ਦੁੱਖਾਂ ਨੂੰ ਦੂਰ ਕਰਨ ਵਾਲੇ ਜੋ, ਔਰ ਮੈਨੂੰ ਇਸ ਚੀਜ਼ ਤੋਂ ਮੁਕਤ ਕਰੋ। ਬਹੁਤ ਪਿਆਸ, ਜਵਾਬ ਨਹੀਂ ਆ, ਤੇਰਾ ਜਵਾਬ ਨਹੀਂ ਆ ਰਿਹਾ। ਕਹਿੰਦੇ ਪਿਆਸ ਬਹੁਤ ਆ। ਬਾਕੀ ਮੈਂ ਜਿੱਦਾਂ ਬੈਠਾ ਹੋਵਾਂ ਕਿਸੇ ਦਫ਼ਤਰੇ ਬਾਹਰ,
ਹਾਂ। ਮੈਂ ਰੌਲਾ ਪਾਈ ਜਾਵਾਂ ਹਾਂ ਸਰ ਘੰਟਾ ਹੋ ਗਿਆ, 1.5 ਘੰਟਾ ਹੋ ਗਿਆ, ਮੇਰਾ ਨੰਬਰ ਕਦੋਂ ਆਊਗਾ? ਬਿਲਕੁਲ ਸਹੀ। ਇਹ ਪ੍ਰਮਾਤਮਾ ਨੇ ਗੱਲ ਕਰ ਰਹੇ ਨੇ ਕਿ ਰਵਿਦਾਸ ਜੀ ਕਹਿੰਦੇ ਨੇ ਕਿ ਬਈ ਸਾਨੂੰ ਵੀ ਆਵਾਜ਼ ਵੀ ਮਾਰ ਲਓ, ਵਾਵਾ ਟਾਈਮ ਤੋਂ ਬੈਠੇ ਆ, ਹਾਂ ਕਿਉਂਕਿ ਤੁਸੀਂ ਦੁੱਖ ਨੂੰ ਦੂਰ ਕਰਦੇ ਜੋ। ਮੈਂ ਬਿਮਾਰ ਆ, ਮੈਂ ਦੁਖੀ ਆ, ਤੇ ਮੇਰੇ ਦੁੱਖਾਂ ਦਾ ਅੰਤ ਕਰੋ, ਨਿਬੇੜਾ ਕਰੋ, ਇਹਦਾ 84 ਦਾ ਗੇੜਾ ਖਤਮ ਕਰੋ। ਆਵਾਜ਼ ਮੇਰੀ ਵੀ ਮਾਰ ਲਓ, ਹਾਂ ਮੈਨੂੰ ਵੀ ਹੋਕਾ ਦੇ ਕੇ ਸੱਦ ਲਓ ਅੰਦਰ, ਮੇਰਾ ਮਸਲਾ ਹੱਲ ਕਰੋ, ਗੱਲ ਆਮੋ ਸਾਹਮਣੇ ਹੋ ਜੇ। ਹਾਂ ਤੇ ਬਹੁਤ ਪਿਆਸ ਆ ਤੇ ਪਰ ਜਵਾਬ ਨਹੀਂ ਮਿਲਦਾ ਲੈਣ ਲੱਗਿਆਂ ਨੂੰ। ਮੇਰੇ ਤੋਂ ਪਿੱਛੋਂ ਆ ਕੇ ਵੀ ਲੋਕ ਨਿਕਲ ਗਏ ਨੇ, ਪਰ ਮੈਂ ਉੱਥੇ ਬੈਠਾ। ਕਹੇ ਰਵਿਦਾਸ ਸਰਨ ਪ੍ਰਭ ਤੇਰੀ, ਕਹਿੰਦੇ ਕਿ ਮੇਰੇ ਪਿਤਾ, ਮੈਂ ਰਵਿਦਾਸ ਜੀ ਕਹਿ ਰਿਹਾ ਮੈਂ ਪ੍ਰਮਾਤਮਾ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗਾ, ਹੋਰ ਕੁਝ ਨਹੀਂ ਹੈਗਾ ਮੇਰੇ ਕੋਲ, ਮੈਂ ਹੋਰ ਕੁਝ ਕਰ ਨਹੀਂ ਸਕਦਾ। ਮੈਂ ਤੇ ਇਹੋ ਕਰ ਸਕਦਾ ਕਿ ਮੈਂ ਤੁਹਾਡੀ ਸ਼ਰਨ ਚ ਆਇਆ ਵਾਂ ਤੇ ਮੇਰਾ ਮਸਲਾ ਹੱਲ ਕਰੋ, ਬਸ। ਹੋਰ ਕੋਈ ਮੇਰੇ ਕੋਲ ਹੋਰ ਇਹ ਮਸਲੇ ਦਾ ਹੱਲ ਕੇ ਹੋਰ ਕੋਈ ਹੈਗਾ ਨਹੀਂ। ਹਾਂ ਫਿਰ ਕਹਿੰਦੇ ਜਿਉਂ ਜਾਣੋ ਤਉ ਕਰੋ ਕਰਗਤ ਮੇਰੀ। ਹਾਂ ਮੈਨੂੰ ਦੇ ਮੈਂ ਮੈਨੂੰ ਸੁਹਾਗਣ ਬਣਾ, ਜਿਸ ਤਰ੍ਹਾਂ ਤੇਰੀ ਮਰਜ਼ੀ ਹੈ ਭਾਈ, ਜਿਸ ਤਰ੍ਹਾਂ ਮੈਨੂੰ ਮੇਰੇ ਵਾਸਤੇ ਜਿਹੜਾ ਹੈਗਾ ਤੇਰਾ, ਜਿਹੜਾ ਹੈਗਾ ਤੇਰਾ, ਜਿਸ ਵੀ ਤਰੀਕੇ ਦੇ ਨਾਲ ਤੂੰ ਜਿਹੜਾ ਹੈਗਾ ਮੇਰੇ ਵਾਸਤੇ ਉਚਿਤ ਹੈਗਾ, ਉਹ ਵਰਤ ਕੇ ਔਰ ਮੈਨੂੰ ਮੈਨੂੰ ਸਫਲਤਾ ਦੇ ਦੇ ਬਸ। ਹਾਂਜੀ ਵੀਰ ਜੀ। ਹਾਂਜੀ ਉਹ ਕਹਿੰਦੇ ਆ ਕਿ ਜਿਉਂ ਜਾਣੋ ਤਿਉਂ ਕਰ, ਕਹਿੰਦੇ ਜਿੱਦਾਂ ਤੈਨੂੰ ਚੰਗਾ ਲੱਗਦਾ ਤੂੰ ਓਦਾਂ ਕਰ, ਮੈਨੂੰ ਨਹੀਂ ਪਤਾ ਲੱਗਦਾ, ਪਰ ਮੇਰਾ ਮਸਲਾ ਹੱਲ ਹੋਣਾ ਚਾਹੀਦਾ। ਬਸ ਬਿਲਕੁਲ ਸਹੀ ਹੈ। ਆਪਾਂ ਡਾਕਟਰ ਨੂੰ ਜਾ ਕੇ ਕਹੀਦਾ ਕਿ ਡਾਕਟਰ ਸਾਹਿਬ ਜਿਹੜੀ ਮਰਜ਼ੀ ਦਵਾਈ ਦੇ ਦਿਓ, ਜਿਹੜੀ ਮਰਜ਼ੀ ਵੀ ਤੇਰੇ ਟੈਸਟ ਕਰਨੇ ਪੈਣੇ ਆ, ਫਲਾਣੀ ਹੋਣੀ ਦਵਾਈ ਖਾਣੀ। ਉਹ ਕਹਿੰਦੇ ਕਰੋ ਜੋ ਮਰਜ਼ੀ ਆ, ਮੈਨੂੰ ਇਹ ਬਿਮਾਰੀ ਤੋਂ ਮੁਕਤ ਕਰੋ ਬਸ। ਠੀਕ ਹੈ ਜੀ। ਆਪਾਂ ਆਪਸ਼ਨ 1 ਤੇ ਜਾਂਦੇ ਆ। ਹੁਣ ਇੱਥੇ ਦੇਖੋ ਪਤਾ ਕੀ ਹੈ, ਉਹ ਕਹਿੰਦੇ ਆ ਕਿ ਪਰਮਾਤਮਾ ਮੈਨੂੰ ਨਹੀਂ ਪਤਾ, ਮੇਰਾ ਮਸਲਾ ਹੱਲ ਕਰੋ। ਹਾਂ ਤੇ ਮੇਰਾ ਨੰਬਰ ਲਾਓ, ਕਿਉਂਕਿ ਮੈਂ ਇੱਕ ਦਰਦਮੰਦ ਬੰਦਾ ਵਾਂ ਤੇ ਤੇਰੇ ਦਰ ਤੇ ਆਇਆ ਵਾਂ, ਤੇ ਇੰਨਾ ਸੁਣਿਆ ਵਾ ਕਿ ਤੇਰੇ ਦਰ ਤੇ ਜੋ ਵੀ ਆਉਂਦਾ ਹੈ ਉਹਦੇ ਦਰਦ ਤੋਂ ਤੂੰ ਉਹਨੂੰ ਮੁਕਤ ਕਰ ਦਿੰਦਾ। ਖਾਲੀ ਅੱਜ ਤੱਕ ਕੋਈ ਗਿਆ ਨਹੀਂ ਆ। ਹਾਂ ਤੇ ਮੇਰਾ ਜਿਹੜਾ ਉਹ ਮੇਰੀ ਗਤੀ ਕਰੋ, ਔਰ ਮੇਰਾ ਜਿਹੜਾ ਸਵਾਲ ਹੈਗਾ ਉਹਨੂੰ ਹੱਲ ਕੀਤਾ ਜਾਵੇ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਜੀ, ਬਹੁਤ ਵਧੀਆ। ਤੇ ਹੁਣ ਫਿਰ ਕਰਦੀ ਵਿਚਾਰ ਇੱਥੇ ਕਰਦੀ ਸਮਾਪਤ। ਦੇਖ ਲਓ ਵੀਰ ਜੀ, ਮੈਂ ਅੱਗੇ ਤਾਂ ਇੱਥੇ ਹੀ ਕਰ ਦਿੰਦੇ ਆਪਾਂ, ਕਿਉਂਕਿ ਬਹੁਤ ਜਿਹੜੇ ਹੈਗੇ ਕਮਾਲ ਦੇ ਸ਼ਬਦ ਹੈਗੇ। ਹਾਂ ਠੀਕ ਹੈ ਅੱਜ ਦੀ ਵਿਚਾਰ ਸਾਧ ਸੰਗਤ ਜੀ ਇੱਥੇ ਹੀ ਆ। ਹੁਣ ਤੁਸੀਂ ਵੇਖ ਲਓ, ਥੋੜੀ ਨਜ਼ਰ ਮਾਰ ਲਓ। ਤੇ ਇੱਥੇ ਉਹਨਾਂ ਨੇ ਪਹਿਲਾਂ 2-4 ਗੱਲਾਂ ਜਿਹੜੀਆਂ ਮੇਨ ਤੇ ਕੀਤੀਆਂ ਨੇ, ਆਪਾਂ ਨੂੰ ਤੇ ਉਹ ਸਮਝਾਇਆ ਵਾ ਕਿ ਸੁਹਾਗਣ ਕਿਹੜੀ ਆ, ਜਿਹਦੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ, ਤੇ ਬਾਕੀ ਸੁਹਾਗਣਾ ਤੇ ਹੈ ਨਹੀਂ। ਕਿੱਥੇ ਸੁਹਾਗਣਾ? ਉਹ ਤਾਂ ਮਾਇਆ ਦਾ ਜਾਪ ਕਰ ਰਹੀਆਂ ਨੇ। ਉਹ ਕਹਿੰਦੇ ਮਾਇਆ ਵਿਚਾਰੀ ਕੀ ਕਰੇ, ਮਾਇਆ ਨੂੰ ਤਾਂ ਖੁਦ ਭੱਜ ਲੋਕੀ ਜੱਫੀਆਂ ਪਾਉਂਦੇ, ਤੇ ਉਹ ਹਿਸਾਬ ਹੈ। ਤੇ ਫਿਰ ਉਹਦਾ ਮਾਇਆ ਦਾ ਤਾਂ ਨਾ ਕਸੂਰ ਨਹੀਂ। ਤੇ ਇੱਥੇ ਕਹਿੰਦੇ ਆ ਕਿ ਸੁਹਾਗਣ ਉਹ ਆ ਕਿ ਜਿਹੜੀ ਪ੍ਰਮਾਤਮਾ ਦੀ ਸ਼ਰਨ ਚ ਬੈਠੀ ਆ, ਜਾਂ ਜਿਹਦੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨਾਮ ਦੀ ਕੋਈ ਸ਼ਕਤੀ ਹੈਗੀ ਆ, ਅੰਦਰੋਂ ਬਾਹਰੋਂ ਨਹੀਂ, ਦਿਖਾਵਾ ਨਹੀਂ। ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ, ਤੇ ਜੇਕਰ ਪ੍ਰਮਾਤਮਾ ਨੂੰ ਕੋਈ ਇੰਨਾ ਪਿਆਰ ਕਰਦਾ ਹੈ ਤੇ ਉਹਦੇ ਜੀਵਨ ਚ ਆਪੇ ਸੁੱਖ ਆ ਜਾਣਾ। ਆ ਲਿਖਿਆ ਉਹਨਾਂ ਨੇ, ਅੰਤਰ ਦੇ ਵਿੱਚ ਉਹ ਜਿਹੜਾ ਵਾ ਉਹਦਾ ਇਹ ਵੀ ਸੌਰ ਜਾਣਾ ਵਾ ਤੇ ਉਹਦਾ ਅਗਲਾ ਵੀ ਸੌਰ ਜਾਣਾ। ਕਿਉਂਕਿ ਜਦੋਂ ਆਪਾਂ ਪ੍ਰਮਾਤਮਾ ਦੇ ਚਰਨਾਂ ਚ ਜਾਂਦੇ ਆ ਨਾ, ਤੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਅਗਿਆਨ ਆ, ਭਰਮ ਆ, ਉਹ ਆਪੇ ਦੂਰ ਹੋਣਾ। ਤੁਸੀਂ ਦੇਖੋ ਤੁਹਾਡੇ ਘਰ ਬਲਬ ਜਗ ਜੂਗਾ, ਤੇ ਜਦੋਂ ਪ੍ਰਕਾਸ਼ ਹੋ ਗਿਆ ਫਿਰ ਹਨੇਰੇ ਚ ਤੁਹਾਨੂੰ ਇੱਕ ਚੀਜ਼ ਸਾਫ਼ ਦਿਖਾਈ ਦੇਣੀ। ਇਸੇ ਤਰ੍ਹਾਂ ਸਾਡੇ ਚਿੱਤ ਦਾ ਹਿਸਾਬ ਹੈ। ਜਦੋਂ ਸਾਡਾ ਚਿੱਤ ਥੋੜਾ ਸਾਫ਼ ਹੋ ਜਾਂਦਾ ਨਾ, ਨਿਰਮਲ ਹੋ ਜਾਂਦਾ, ਉਹ ਕਹਿਣ ਨਹੀਂ ਤੇ ਕਿ ਜਿਉਂ ਨਿਰਮਲ ਗੰਗਾ ਦੇ ਵਾਂਗੂ ਜਦੋਂ ਮੇਰਾ ਚਿੱਤ ਜਿਹੜਾ ਉਹ ਸਾਫ਼ ਹੋ ਗਿਆ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ। ਹਾਂ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਹਾਂ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ। ਹਾਂ ਬਸ ਪਿੱਛੇ ਫਿਰ ਪਰਮਾਤਮਾ ਲੱਗਿਆ ਫਿਰਦਾ। ਕਹਿਣ ਤੋਂ ਭਾਵ ਕਿ ਪਰਮਾਤਮਾ ਕੋ ਬੰਦਾ ਥੋੜੀ ਪਿੱਛੇ ਲੱਗਿਆ ਫਿਰਦਾ। ਕਹਿਣ ਤੋਂ ਭਾਵ ਕਿ ਅੱਠੇ ਪੈਰ ਹੀ ਆਪਾਂ ਉਸ ਆਨੰਦਮਈ ਅਵਸਥਾ 'ਚ ਬੈਠੇ ਰਹਿੰਦੇ ਹਾਂ, ਜਿੱਥੇ ਕੋਈ ਚਿੰਤਾ ਨਹੀਂ, ਜਿੱਥੇ ਕੋਈ ਪਰੇਸ਼ਾਨੀ ਨਹੀਂ। ਜਿੱਦਾਂ ਆਮ ਬੰਦਾ ਐਨਗਜ਼ਾਇਟੀ ਦਾ ਸ਼ਿਕਾਰ ਆ, ਉਹ ਬੰਦੇ ਪਤਾ ਕੀ ਹੈ, ਇੱਕ ਕਲਪਨਿਕ ਇਹ ਚੀਜ਼ਾਂ ਬਣਾ ਲੈਂਦੇ ਨੇ। ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਚੀਜ਼ ਹੈ ਜਾਂ ਨਹੀਂ ਹੈ, ਉਹ ਹੋਵੇਗੀ ਜਾਂ ਨਹੀਂ ਹੋਵੇਗੀ, ਪਰ ਬਸ ਮਨ ਦੇ ਅੰਦਰ ਹੀ ਬੰਦਾ ਉਹ ਚੀਜ਼ ਤਿਆਰ ਕਰ ਲੈਂਦਾ ਹੈ। ਤੇ ਇਹ ਵੇਖੋ ਐਨਗਜ਼ਾਇਟੀ ਤੇ ਡਿਪਰੈਸ਼ਨ ਦੇ ਨਾਲ ਕਿੰਨੀ ਦੁਨੀਆ ਬਿਮਾਰ ਹੋਈ ਪਈ।
ਚੰਗੇ ਚੰਗੇ ਭਲੇ ਲੋਕ ਨਾ ਜਿਹੜੇ ਵੈਸੇ ਤੁਹਾਨੂੰ ਚੰਗੇ ਭਲੇ ਲੋਕ ਦਿੱਤੇ ਪਏ ਨੇ ਕਿ ਬੜੇ ਵਧੀਆ ਨੇ, ਅਸਲ 'ਚ ਤੇ ਸਾਰੇ ਹੀ ਬਿਮਾਰ ਨੇ। ਬਾਣੀ 'ਚ ਕਿਹਾ ਹੈ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਿਉਂਕਿ ਸਭ ਲੋਕ ਵਿਚਾਰ ਰੂਪੀ ਬਿਮਾਰੀ ਤੋਂ ਪੀੜਤ ਨੇ, ਚਿੰਤਾ ਕਰੀ ਜਾਂਦੇ ਨੇ, ਚਿੰਤਾ ਦੇ ਵਿੱਚ ਹੀ ਜੀਵਨ ਇਹਨਾਂ ਦਾ ਚੱਲਦਾ ਹੈ। ਆਖਰ ਦੇ ਵਿੱਚ ਉਹ ਚਿੰਤਾ ਤੋਂ ਕਿਤੇ ਮੁਕਤ ਹੀ ਨਹੀਂ ਹੋ ਪਾਉਂਦੇ। ਮੁਕਤ ਬੰਦਾ ਉਦੋਂ ਹੁੰਦਾ ਜਦੋਂ ਆਪਣੀ ਸੁਰਤੀ ਸਵੈ ਵਿੱਚ ਅਸਤ ਹੋ ਜਾਂਦੀ ਆ, ਅਸੀਂ ਆਪਣੇ ਨਿੱਜ ਸਰੂਪ 'ਚ ਆ ਜਾਂਦੇ ਹਾਂ, ਆਪਣਾ ਰੂਪ ਗਿਆਨ ਕਰ ਲੈਂਦੇ ਹਾਂ, ਆਪਣੇ ਆਪ ਨੂੰ ਜਾਣ ਲੈਂਦੇ ਹਾਂ, ਆਪਣੇ ਆਪ ਨੂੰ ਦੇਖ ਲੈਂਦੇ ਹਾਂ। ਪਰ ਜਦੋਂ ਅਸੀਂ ਆਪਣੇ ਆਪ ਨੂੰ ਦੇਖ ਲਿਆ ਤੇ ਭਰਮ ਜਿਹੜਾ ਆਪਣੇ ਆਪ ਹੀ ਦੂਰ ਹੋ ਜਾਣਾ। ਕਿਸੇ ਕੋ ਜਾਣ ਦੀ ਲੋੜ ਨਹੀਂ, ਕਿਸੇ ਕੋ ਭੱਜਣ ਦੀ ਲੋੜ ਨਹੀਂ। ਵਹਿਮ ਭਰਮ ਜਿਹੜੇ ਆਪਾਂ ਕਹਿੰਦੇ ਆ ਨਾ, ਇਹ ਸਾਡੇ ਲਾਗੋਂ ਆਪਣੇ ਆਪ ਹੀ ਦੂਰ ਹੋ ਜਾਣੇ। ਇਹ ਕੇਵਲ ਸਾਡੀ ਜਿਹੜੀ ਸੁਰਤੀ ਆ ਉਹਨੂੰ ਆਪਾਂ ਅੰਤਰਾਕਰਨ 'ਚ ਲੈ ਕੇ ਜਾਣਾ ਔਰ ਉੱਥੇ ਬਾਰ-ਬਾਰ ਸਥਿਰ ਕਰਨਾ। ਜਿਵੇਂ ਜਿਵੇਂ ਤੁਸੀਂ ਆਪਣੀ ਸੁਰਤੀ ਨੂੰ ਆਪਣੇ ਆਪ 'ਚ ਸਥਿਰ ਕੀਤਾ ਤੇ ਜਿਹੜਾ ਅੰਦਰ ਜਿਹੜਾ ਮਲੀਨਤਾ ਹੈ, ਅਗਿਆਨ ਆ, ਭਰਮ ਆ, ਜਿਹੜੇ ਔਗਣ ਨੇ, ਉਹ ਆਟੋਮੈਟਿਕਲੀ ਹੀ ਆਪਣੇ ਆਪ ਹੀ ਤੁਹਾਡੇ ਤੋਂ ਅਲੱਗ ਹੋ ਜਾਣਗੇ। ਇਹ ਬਾਣੀ 'ਚ ਵੀ ਲਿਖਿਆ, ਉਦੋਂ ਵੀ ਆਪ ਜੀ ਦਾ ਪਹਿਲਾਂ ਵੀ ਵਿਚਾਰ ਕੀਤੀ ਸੀ, ਘੜੀਏ ਮਤ ਤੁਰਤ ਮਤ ਮਨ ਬੁੱਧ। ਉੱਥੇ ਮਤ ਵੀ ਘੜੀ ਜਾਂਦੀ ਹੈ, ਸੁਰਤ ਘੜੀ ਜਾਂਦੀ ਹੈ, ਮਤ ਬੁੱਧ ਵੀ ਘੜੀ ਜਾਂਦੀ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਦਾਂ ਕੀ ਸੁਧ। ਹਾਂ, ਉੱਥੇ ਕਿੱਦਾਂ ਘੜੀ ਜਾਂਦੀ ਆ ਇਹਦੇ ਬਾਰੇ ਕੋਈ ਦੱਸ ਨਹੀਂ ਸਕਦਾ, ਕਿਉਂਕਿ ਉਹ ਪਰਮਾਤਮਾ ਹੀ ਜਾਣਦਾ ਹੈ। ਔਰ ਇਹਦੇ ਵਾਸਤੇ ਜਿਹੜਾ ਹੈਗਾ, ਜਿਹੜੇ ਰਵਿਦਾਸ ਜੀ ਜਿਹੜੇ ਹੈਗੇ, ਸੈਂਟਰਲ ਜਿਹੜਾ ਹੈਗਾ ਇਹਦਾ ਜਿਹੜਾ ਸੈਂਟਰਲ ਰਹਾਉ ਦੀ ਪੰਕਤੀ ਹੈਗੀ ਆ, ਉਹਦੇ ਵਿੱਚ ਕਹਿੰਦੇ ਸੋ ਕਤ ਜਾਣੇ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਕਹਿੰਦੇ ਪਾਈ। ਔਰ ਇਹਦੇ ਲਈ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਜਿਹੜੀ ਆ ਪੱਟੀ ਦੇ ਵਿੱਚ ਲਿਖਦੇ ਆ, ਕਹਿੰਦੇ ਆ, ਗੱਲੀ ਹੋ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਇਸ ਕਰਕੇ ਭਾਈ ਇਹ ਗੱਲਾਂ ਬਾਤਾਂ ਵਾਲੇ ਸੁਹਾਗਣ ਜਿਹੜੀਆਂ ਹੈਗੀਆਂ, ਇਹ ਕਥਾਵਾਚਕ ਜਿਹੜੇ ਹੈਗੇ, ਹੋਰ ਜਿਹੜੇ ਹੈਗੇ ਆ, ਬਸ ਜਿਨ੍ਹਾਂ ਦਾ ਮੋਟੋ ਮਕਸਦ ਜਿਹੜਾ ਭਗਤੀ ਜਿਹੜੇ ਦੇ ਅੰਦਰ ਹੁੰਦੀ ਨਹੀਂ ਆ, ਖਾਲੀ ਜਿਹੜੇ ਹੈਗੇ ਗਿਆਨ ਨੂੰ ਲੈ ਕੇ, ਗਿਆਨ ਦਾ ਘੋਟਾ ਲਾ ਕੇ ਮੇਰੇ ਵਰਗੇ ਜਿਹੜੇ ਹੈਗੇ ਆ ਆਪਣੀ ਹਉਮੈ ਨੂੰ ਪੱਠੇ ਪਾਏ ਜਾਂਦੇ ਆ। ਕਹਿੰਦੇ ਉਹਨਾਂ ਦੇ ਨਾਲ ਗੱਲ ਨਹੀਂ ਬਣਨੀ ਪਾਈ। ਇਹ ਪ੍ਰੈਕਟੀਕਲ ਜਿਹੜਾ ਹੈਗਾ ਸੁਹਾਗਣ ਦੇ ਵਾਸਤੇ, ਇਹਦੇ ਵਾਸਤੇ ਜਿਹੜਾ ਹੈ ਪੂਰਾ ਇਹ ਮਨੁੱਖੀ ਜੂਨ ਲਾਉਣੀ ਪੈਣੀ ਹੈ। ਹਾਂਜੀ ਗੋਰਖੀ ਸਾਹਿਬ, ਬਿਲਕੁਲ ਠੀਕ ਹੈ ਜੀ। ਸੁਹਾਗਣ ਦਾ ਮਤਲਬ ਇਹ ਆ ਕਿ ਜਿਹੜਾ ਤਨ ਮਨ ਦੇਨ ਅੰਤਰ ਰੱਖ। ਹਾਂ, ਜਿਹੜਾ ਦੇਖੋ ਵੈਸੇ ਨਾ ਹਿੰਦੂਆਂ ਦੇ ਵਿੱਚ ਜਿਹੜਾ ਇੱਕ ਮਾਪਦੰਡ ਹੈਗਾ ਵਾ, ਸੁਹਾਗਣ ਕਿਹਨੂੰ ਕਹਿੰਦੇ ਆ। ਕਿਤੇ ਇਹ ਨਾ ਸੋਚਿਓ ਕਿ ਵਿਆਹ ਹੋ ਗਿਆ ਤੇ ਸੁਹਾਗਣ ਹੋ ਗਈ ਹੈ। ਆਮ ਵੀ ਜਨਾਨੀ ਉਹਦੀ ਤਨ ਮਨ ਤੋਂ ਪਤੀ ਨੂੰ ਜਿਹੜੀ ਸਮਰਪਣ ਹੁੰਦੀ ਆ, ਉਹਨੂੰ ਸੁਹਾਗਣ ਕਹਿੰਦੇ ਆ। ਕਿਤੇ ਇਹ ਨਾ ਸੋਚ ਲਿਓ ਕਿ ਏਦਾਂ ਵਿਆਹ ਹੋ ਗਿਆ ਤੇ ਮੈਂ ਸੁਹਾਗਣ ਹੋ ਗਈ ਹਾਂ। ਉਹ ਤੇ ਵੱਖਰੀ ਗੱਲ ਹੈ, ਸਮਾਜ ਦੇ ਤੌਰ ਤੇ ਬੰਦਾ ਹੋ ਹੀ ਜਾਂਦਾ, ਕਿਉਂਕਿ ਸੁਹਾਗਣ ਹੋਣਾ ਵੀ ਬੜੀ ਵੱਡੀ ਗੱਲ। ਇਸੇ ਤਰ੍ਹਾਂ ਪਰਮਾਤਮਾ ਦੀ ਸੁਹਾਗਣ ਉਹੀ ਆ ਜਿਹੜੀ ਅੰਦਰੋਂ ਸੁਹਾਗਣ ਆ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ ਸਹੀ ਆ, ਬਿਲਕੁਲ ਸਹੀ ਆ। ਗੱਲਾਂ ਦੇ ਨਾਲ ਗੱਲ ਨਹੀਂ ਬਣਨੀ। ਬਿਲਕੁਲ ਸਹੀ ਹੈ। ਕਿਉਂਕਿ ਉਹ ਪਤੀ ਨੂੰ ਤੇ ਇਹ ਪਤੀ ਨੂੰ ਨਹੀਂ ਪਤਾ ਲੱਗਣਾ ਵਿਚਾਰੇ ਨੂੰ ਕੀ ਕਰਦੇ ਜੋ, ਜਾਂ ਪਤਨੀ ਨੂੰ ਨਹੀਂ ਪਤਾ ਲੱਗਣਾ, ਨਾ ਪਤੀ ਨੂੰ ਪਤਾ ਲੱਗਣਾ। ਇਹ ਤੇ ਇੱਕ ਅਲੱਗ ਕਹਾਣੀ ਆ। ਪਰ ਉਹ ਜਿਹੜਾ ਪਤੀ ਆ ਉਹਨੂੰ ਪਤਾ ਜੇ। ਉੱਥੇ ਨਕਲੀ ਸੁਹਾਗਣ ਨਹੀਂ ਜੋ ਚੱਲਣੀ, ਇੱਥੇ ਦੀ ਚੱਲ ਜਾਂਦੀ ਆ। ਬਿਲਕੁਲ। ਇੱਥੇ ਕੀ ਪਤਾ ਲੱਗਦਾ ਕੌਣ ਕਿੱਧਰ ਤੁਰਿਆ ਫਿਰਦਾ। ਇਹ ਗੇਮ ਚੱਲ ਜਾਂਦੀ ਜੇ, ਉੱਥੇ ਨਹੀਂ ਜੋ ਚੱਲਦੀ। ਉੱਥੇ ਬੜਾ ਪਿਓਰ ਲਵ ਚਾਹੀਦਾ। ਠੀਕ ਹੈ, ਭਗਤੀ ਕਰਾਂਗੇ ਤੇ ਆਪਣੇ ਆਪ ਹੀ ਪੈਦਾ ਹੋਊਗਾ। ਕੀ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੀ ਨੇ ਸਾਹਿਬ? ਬਿਲਕੁਲ ਜੀ, ਬਿਲਕੁਲ, ਬਹੁਤ ਵਧੀਆ ਜੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਐ ਮੇਰੇ ਪਿਤਾ ਗਰੀਬ ਨਵਾਜ ਮੇਰ ਕਰੋ ਸਰਬਤ ਦਾ ਭਲਾ ਕਰਨਾ। ਮੇਰੇ ਮਾਲਿਕ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਪਾਣੀ ਪੜਦਿਆਂ ਵਿਚਾਰ ਕਰਦਿਆਂ, ਪਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰਨਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਆਗਿਆ ਬਖਸ਼ ਨੂੰ। ਇਹ ਮੇਰੇ ਮਾਲਿਕ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਆਪ ਮਿਹਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।